ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅਸੀਂ ਹਾਜ਼ਰ ਹਾਂ ਅੱਜ ਇੱਕ ਗੱਲਬਾਤ ਕਰਨ ਦੇ ਲਈ, ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਦੇ ਲਈ। ਕੋਵਿਡ-19 ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ, ਸਾਰਾ ਕੁਝ ਬਦਲ ਗਿਆ, ਸਾਰਾ ਦੁਨੀਆ ਵੀ ਪਹਿਲਾਂ ਵਰਗੀ ਨਹੀਂ ਰਹੀ। ਇਸ ਤਰ੍ਹਾਂ ਲੱਗਦਾ ਕਿ ਦੋ ਦੁਨੀਆ ਸੀਗੀਆਂ, ਇੱਕ ਕੋਵਿਡ-19 ਤੋਂ ਪਹਿਲਾਂ ਦੀ ਦੁਨੀਆ, ਇੱਕ ਕੋਵਿਡ-19 ਤੋਂ ਬਾਅਦ ਦੀ ਦੁਨੀਆ। 19 ਦੇ ਵਿੱਚ ਆਖਰੀ ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਹੋਇਆ, 20 ਸਾਰਾ ਸਾਲ ਲੰਘ ਗਿਆ, 21 ਸ਼ੁਰੂ ਹੋ ਚੁੱਕਿਆ, ਅਨਸਰਟਨਟੀ ਅਜੇ ਵੀ ਬਣੀ ਹੈ। ਜੀਵਨ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਬੜਾ ਕੁਝ ਹੋਇਆ। ਅੱਜ ਅਸੀਂ ਜਿਸ ਪੱਖ ਬਾਰੇ ਗੱਲਬਾਤ ਕਰਨੀ ਚਾਹੁੰਦੇ ਹਾਂ ਉਹ ਆ ਵੈਡਿੰਗ ਇੰਡਸਟਰੀ, ਜਾਂ ਵਿਆਹ ਕਿਸ ਕਿਸਮ ਦੇ ਪਹਿਲਾਂ ਹੁੰਦੇ ਸੀ, ਕੋਵਿਡ ਦੇ ਦੌਰਾਨ ਕਿੱਦਾਂ ਦੇ ਹੋਏ ਆ, ਅਤੇ ਇਸ ਸਾਲ ਦੇ ਵਿੱਚ ਕਿੱਦਾਂ ਦੇ ਹੋਣ ਦੀ ਆਸ ਆ। ਬਹੁਤ ਸਾਰੇ ਲੋਕਾਂ ਨੇ ਵਿਆਹ ਪੋਸਟਪੋਨ ਕਰ ਲਿਆ ਵੀ ਅਸੀਂ ਵਿਆਹ ਚੰਗੀ ਤਰ੍ਹਾਂ ਕਰਨਾ ਹੈ, ਇਹ ਵਿਆਹ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਥੋੜ੍ਹੇ ਜਿਹੇ ਬੰਦੇ 10 ਜਾਂ 50 ਬੰਦੇ ਸੱਦ ਕੇ ਅਸੀਂ ਵਿਆਹ ਕਰ ਲਈਏ। ਉਹਨਾਂ ਨੇ ਪੋਸਟਪੋਨ ਕਰ ਲਿਆ। ਸ਼ੁਰੂ ਦੇ ਵਿੱਚ ਜਦੋਂ ਆਇਆ ਥੋੜ੍ਹੀਆਂ ਜਿਹੀਆਂ ਡੇਟਾਂ ਪੋਸਟਪੋਨ ਕੀਤੀਆਂ, ਫਿਰ ਚੱਲਦੇ ਗੱਲ ਅਗਲੇ ਸਾਲ ਤੱਕ ਆ ਗਈ। ਹੁਣ ਜਨਵਰੀ ਦੇ ਵਿੱਚ ਇਸ ਵੇਲੇ ਵੀ ਲੋਕ ਸੋਚ ਰਹੇ ਆ ਵੀ ਕੀ ਇਸ ਸਾਲ ਵੀ ਇਹ ਵਿਆਹ ਹੋਣਗੇ, ਭਾਵ ਠੀਕ ਠਾਕ ਵਿਆਹ ਹੋਣਗੇ ਜਿੱਦਾਂ ਪਹਿਲਾਂ ਹੁੰਦੀਆਂ ਸੀ, ਪਾਰਟੀਆਂ, ਰਿਸੈਪਸ਼ਨ, ਸਾਰਾ ਕੁਛ। ਵੈਕਸੀਨ ਦੀ ਆਸ ਕੀਤੀ ਜਾਂਦੀ ਸੀ, ਵੈਕਸੀਨ ਆ ਗਈ, ਲੱਗਣੀ ਸ਼ੁਰੂ ਹੋ ਗਈ, ਪਰ ਅਜੇ ਤੱਕ ਥੋੜ੍ਹਾ ਜਿਹਾ ਪ੍ਰੋਸੈਸ ਸਲੋ ਆ, ਜਾਂ ਉਹਨੂੰ ਇੱਕ ਟਾਈਮ ਲੱਗਣਾ ਆ। ਸੋ ਇਸ ਸਾਲ ਕੀ ਲੱਗਦਾ ਕਿ ਵਿਆਹ ਕਿਸ ਤਰੀਕੇ ਦੇ ਨਾਲ ਹੋਣਗੇ? ਅਸੀਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਕੀ ਲੱਗਦਾ। ਪਹਿਲੀ ਗੱਲ, ਹਾਲਾਂ ਵਾਲੇ ਜਿਹੜੇ ਬੈਂਕਟ ਹਾਲ ਸੀ, ਇਹ ਕੀ ਸੋਚਦੇ ਆ, ਇਹਨਾਂ ਨੂੰ ਕੀ ਲੱਗਦਾ ਕਿ ਇਸ ਵਾਰੀ ਵਿਆਹ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ। ਇਹਨਾਂ ਦਾ ਬਹੁਤ ਸਾਰਾ ਰੌਲਾ ਗੋਲਾ ਵੀ ਪਿਆ ਸੀ ਕਿ ਰੈਸਟੋਰੈਂਟ ਕਿਉਂ ਖੋਲ੍ਹੇ ਆ, ਜਾਂ ਜਿਹੜੇ ਸਟੈਂਡ ਅਲੋਨ ਬੈਂਕਟ ਹਾਲ ਆ ਉਹੀ ਬੰਦ ਕਿਉਂ ਕੀਤੇ ਆ, ਜਿਹੜੇ ਹੋਟਲਸ ਦੇ ਵਿੱਚ ਬਾਲ ਰੂਮ ਆ ਜਾਂ ਦੂਜੇ ਜਿਹੜੇ ਹੁੰਦੇ ਆ ਉਹ ਸਾਰੇ ਖੁੱਲ੍ਹੇ ਆ। ਇਹ ਵੀ ਕਾਫੀ ਵਾਦ ਵਿਵਾਦ ਦਾ ਵਿਸ਼ਾ ਬਣਿਆ ਸੀ। ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਆਰੀਆ ਕਨਵੈਨਸ਼ਨ ਸੈਂਟਰ ਤੋਂ ਮਿੰਦੀ ਵਿਰਕ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਕੀ ਲੱਗਦਾ ਇਸ ਸਾਰੇ ਕੁਛ ਦੇ ਵਿੱਚ ਇਸ ਸਾਲ ਕੀ ਹੋਊਗਾ, ਜਾਂ ਬੁਕਿੰਗ ਦਾ ਕੀ ਬਣਿਆ। ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਬੁਕਿੰਗ ਕਰਵਾਈਆਂ ਸੀ, ਤੁਹਾਨੂੰ ਪਤਾ 3 ਸਾਲ 4 ਸਾਲ ਵੀ ਕਈ ਵਾਰੀ ਪਹਿਲਾਂ ਦੀ ਐਡਵਾਂਸ ਬੁਕਿੰਗ ਹੁੰਦੀ ਆ, ਉਹਨਾਂ ਦਾ ਕੀ ਬਣਿਆ, ਉਹ ਅਗਲੇ ਸਾਲ ਚਲੀਆਂ ਗਈਆਂ। ਹੁਣ ਕੀ ਜੇ ਸਾਰਾ ਕੁਝ ਠੀਕ ਠਾਕ ਹੁੰਦਾ ਤਾਂ 2021 ਦੇ ਵਿੱਚ ਡਬਲ ਵਿਆਹ ਹੋਣਗੇ, ਵੀਕ ਡੇਜ਼ ਦੇ ਵਿੱਚ ਵੀ ਵਿਆਹ ਹੋਇਆ ਕਰਨਗੇ। ਇਸੇ ਤਰ੍ਹਾਂ ਹੀ ਜਿਹੜੇ ਇਹਦੇ ਨਾਲ ਜੁੜੀ ਬਹੁਤ ਸਾਰੀ ਇੱਕ ਇੰਡਸਟਰੀ ਆ, ਜਿਸ ਤਰ੍ਹਾਂ ਡੈਕੋਰੇਸ਼ਨ ਵਾਲੇ ਆ, ਉਹਨਾਂ ਨੇ ਡੈਕੋਰੇਸ਼ਨ ਕਰਨੀ ਹੁੰਦੀ ਪੂਰੀ ਦਾ ਪੂਰਾ, ਉਹਨਾਂ ਦੇ ਨਾਲ ਜਿਹੜੇ EMPLOYEE ਆ ਉਹ ਜੁੜੇ ਆ। ਇਸੇ ਤਰ੍ਹਾਂ ਹੀ ਵੀਡੀਓਗ੍ਰਾਫਰ ਨੇ, ਫੋਟੋਗ੍ਰਾਫਰ ਨੇ, ਕੈਪਚਰਡ ਮੂਵਮੈਂਟਸ ਤੋਂ ਹੈਰੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਜਿਹੜੇ ਇੱਕ ਵੀਡੀਓਗ੍ਰਾਫਰ ਨੇ, ਫੋਟੋਗ੍ਰਾਫਰ ਨੇ, ਇਹ ਵੀ 2-2, 3-3, 4-4 ਸਾਲ ਪਹਿਲਾਂ ਕਈ ਵਾਰੀ ਬੁੱਕ ਹੋ ਜਾਂਦੇ ਆ। ਉਹਨਾਂ ਦਾ ਕੀ ਬਣਿਆ? ਬਹੁਤ ਸਾਰੇ ਲੋਕਾਂ ਨੇ ਡਿਪੋਜ਼ਿਟ ਦਿੱਤੇ ਸੀ, ਕੀ ਉਹ ਡਿਪੋਜ਼ਿਟ ਵਾਪਸ ਹੋ ਗਏ, ਜਾਂ ਉਹਦੇ ਵਿੱਚ ਦੂਜਾ ਪੱਖ ਇਹ ਵੀ ਆ ਵੀ ਹੁਣ ਕੀ ਉਹਨਾਂ ਦੇ ਰੇਟ ਘਟ ਗਏ, ਕਿ ਜੇ ਗੈਦਰਿੰਗ ਘੱਟ ਆ ਜਾਂ ਤੁਹਾਡੇ ਕੋਲ ਉੱਥੇ ਨਹੀਂ ਉਸ ਕਿਸਮ ਦਾ ਸਾਰਾ ਕੁਝ ਹੋ ਰਿਹਾ, ਤਾਂ ਕੀ ਉਹਨਾਂ ਦੇ ਰੇਟ ਵੀ ਘਟਾ ਲੈ। ਬੜਿਆਂ ਕੀ ਸਾਰੀ ਦੀ ਸਾਰੀ ਇੰਡਸਟਰੀ ਤਾਂ ਬੰਦ ਹੋ ਗਈ ਹੈ। ਸੋ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਹੈਰੀ ਉਹਨਾਂ ਦੇ ਨਾਲ ਅਸੀਂ ਕੈਪਚਰਡ ਮੂਵਮੈਂਟਸ ਤੋਂ ਗੱਲਬਾਤ ਕੀਤੀ ਆ। ਇਸੇ ਤਰ੍ਹਾਂ ਜਿਹੜੇ ਮੇਕਅਪ ਆਰਟਿਸਟ ਸੀ, ਬ੍ਰਾਈਡਲ, ਉਹਨਾਂ ਨੂੰ ਬ੍ਰਾਈਡ ਨੂੰ ਤਿਆਰ ਕਰਨਾ, ਉਹਦਾ ਉਹ ਜਿਹੜਾ ਸਾਰਾ ਕੁਛ ਇੱਕ ਪੂਰੀ ਦਾ ਪੂਰਾ, ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਆ, ਉਹਨਾਂ ਦਾ ਕੀ ਬਣਿਆ। ਨਿਸ਼ੀ ਗਲੈਮਰ ਡੋਲਸ ਤੋਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਇਸੇ ਤਰ੍ਹਾਂ ਹੀ DJ ਵਾਲੇ, ਉਹਨਾਂ ਦਾ ਬੜਾ ਵੱਡਾ ਇਹਨਾਂ ਦੇ ਵਿੱਚ ਕੰਮਕਾਰ ਆ। DJ ਐਂਡੀ ਧਿੰਜਲ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ DJ ਇੰਡਸਟਰੀ ਕਿਸ ਤਰ੍ਹਾਂ ਪ੍ਰਭਾਵਿਤ ਹੋਈ ਆ। ਪਤਾ ਨਹੀਂ ਕਿੰਨੀਆਂ ਇੰਡਸਟਰੀਜ਼ ਨੇ ਜਿਹੜੀਆਂ ਉਹ ਇਸ ਕੰਮ ਦੇ ਨਾਲ, ਵਿਆਹਾਂ ਦੇ ਕੰਮ ਦੇ ਨਾਲ ਰਿਲੇਟਡ ਸੀ। ਕੱਪੜੇ ਵਾਲੇ, ਗਹਿਣੇ ਗੱਟੇ ਵਾਲੇ, ਕਿੰਨੀ ਇੰਡਸਟਰੀ ਆ ਜਿਹੜੀ ਇਹਦੇ ਨਾਲ ਜੁੜੀ ਆ ਸਿੱਧੇ ਤੌਰ 'ਤੇ ਵੈਡਿੰਗ ਦੇ ਨਾਲ। ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਵਿਆਹ ਛੋਟੇ ਹੋਣੇ ਚਾਹੀਦੇ ਆ, ਵਿਆਹ ਵੱਡੇ ਹੋਣੇ ਚਾਹੀਦੇ ਆ, ਤਾਂ ਸਾਨੂੰ ਇਹ ਵੀ ਪਤਾ ਆ ਕਿ ਬਿਜ਼ਨਸ ਜਿਹੜਾ ਆ ਉਹ ਬਹੁਤ ਸਾਰਾ ਇਹਨਾਂ ਵੱਡੀਆਂ ਵੈਡਿੰਗਸ ਦੇ ਨਾਲ ਚੱਲਦਾ। ਫਿਰ ਜਿਹੜੇ ਕੁੱਕ ਨੇ, ਘਰਾਂ ਦੇ ਵਿੱਚ ਕੁਕਿੰਗ ਹੁੰਦੀ ਆ, ਕਈ ਕੁਛ ਇਹਦੇ ਨਾਲ ਜੁੜਿਆ। ਕੁਛ ਲੋਕਾਂ ਨੇ ਸਿੰਪਲ ਵਿਆਹ ਕਰ ਲਏ, ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਬਹੁਤੇ ਲੋਕ ਨਾ ਆਉਣ। ਕੁਛ ਲੋਕਾਂ ਦੇ ਮਨ ਦੇ ਵਿੱਚ ਰੰਜ ਰਹਿ ਗਿਆ ਕਿ ਸਾਡੀ ਵਾਰੀ ਇਸ ਤਰ੍ਹਾਂ ਕਿਉਂ ਹੋਇਆ, ਅਸੀਂ ਵੱਡੇ ਵਿਆਹ ਕਰਨੇ ਸੀ, ਅਸੀਂ ਬਾਕੀਆਂ ਵਰਗੇ ਵਿਆਹ ਕਰਨੇ ਸੀ। ਕੁਛ ਲੋਕਾਂ ਨੇ ਕਿਹਾ ਕਿ ਅਸੀਂ ਵਿਆਹ ਐਤਕੀ ਕਰ ਲੈਂਦੇ ਹਾਂ, ਚਲੋ ਪਾਰਟੀ ਅਗਲੇ ਸਾਲ ਕਰ ਲਵਾਂਗੇ। ਪਾਰਟੀ ਵੀ ਹੁੰਦੀ ਨਹੀਂ ਦੀਦੀ। ਹੁਣ ਸਥਿਤੀ ਜਿਹੜੀ ਥੋੜ੍ਹੀ ਜਿਹੀ ਅਸਪਸ਼ਟ ਆ, ਧੁੰਦਲੀ ਆ, ਔਰ ਇਹ ਵਿਆਹ ਕਿਉਂਕਿ ਮਨੁੱਖ ਦੇ ਜੀਵਨ ਦਾ ਇੱਕ ਬੜਾ ਮਹੱਤਵਪੂਰਨ ਮੌਕਾ ਹੁੰਦਾ ਆ, ਉਹ ਇਸ ਕਰਕੇ ਵੀ ਉਹਦੇ ਨਾਲ ਸੰਬੰਧਿਤ ਲੋਕ ਸੋਚਦੇ ਆ ਕਿ ਇਹਦੇ ਵਿੱਚ ਕੀ ਕਰਨਾ ਚਾਹੀਦਾ, ਜਾਂ
ਕਨਫਿਊਜ਼ਨ 'ਚ ਆ, ਉਹਨਾਂ ਨੂੰ ਪਤਾ ਨਹੀਂ ਕਿੰਨੇ ਲੋਕ ਆਉਣਗੇ। ਫਿਰ ਛੋਟੀ ਗੈਦਰਿੰਗ ਸਾਡੇ ਹੋ ਨਹੀਂ ਸਕਦੀ, ਪੰਜਾਬੀ ਹੁਣ ਦੇ ਕਲਚਰ ਦੇ ਵਿੱਚ ਛੋਟੀ ਗੈਦਰਿੰਗ ਹੋ ਨਹੀਂ ਸਕਦੀ। ਉਹਦਾ ਕਾਰਨ ਇਹ ਆ ਕਿ ਸਾਡਾ ਆਲਾ ਦੁਆਲਾ ਭਾਈਚਾਰਾ ਬਹੁਤ ਆ, ਤੁਸੀਂ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਵੀ ਛੱਡ ਨਹੀਂ ਸਕਦੇ। ਉਹ ਸਾਰਿਆਂ ਦਾ ਇਨਵੋਲਵ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ। ਸਾਡੇ ਲਈ ਇਹ ਬੜਾ ਮਹੱਤਵਪੂਰਨ ਮੌਕਾ ਹੁੰਦਾ ਆ, ਉਹ ਗੈਦਰਿੰਗ ਕਰਨੀ, ਭਾਈਚਾਰੇ ਦੇ ਵਿੱਚੋਂ ਕਿਹਨੂੰ ਛੱਡਣਾ, ਕਿਹਨੂੰ ਨਾਲ ਲੈ ਕੇ ਜਾਣਾ, ਕਿਹਨੂੰ ਇਨਵੋਲਵ ਕਰਨਾ, ਇਹ ਬੜਾ ਔਖਾ ਫੈਸਲਾ ਆ। ਸੋ ਅੱਜ ਇਹਨਾਂ ਸਾਰਿਆਂ ਦੇ ਨਾਲ ਅਸੀਂ ਇੱਕ ਇੱਕ ਕਰਕੇ ਗੱਲ ਕਰਦੇ ਹਾਂ ਕਿ ਵੈਡਿੰਗ ਇੰਡਸਟਰੀ ਦੇ ਵਿੱਚ ਫੋਟੋਗ੍ਰਾਫਰ, ਡੀਜੇ, ਹਾਲ, ਮੇਕਅਪ ਵਾਲੇ, ਇਹਨਾਂ ਦਾ ਕੀ ਇਸ ਵੇਲੇ ਕਹਿਣਾ ਆ, ਔਰ ਇਹ ਆਉਣ ਵਾਲੇ ਸਾਲ ਨੂੰ, ਆਉਣ ਵਾਲਾ ਸਾਲ ਜਿਹੜਾ ਭਾਵ ਇਸ ਵੇਲੇ ਚੱਲ ਰਿਹਾ 2021 ਤੇ ਅਗਲਾ ਸਾਲ ਜਿਹੜਾ 2022 ਆ, ਇਹਨੂੰ ਕਿੱਦਾਂ ਪ੍ਰੈਡਿਕਟ ਕਰਦੇ ਆ। ਜਦੋਂ 19 ਦੇ ਵਿੱਚ ਤੁਹਾਨੂੰ 20 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਸ਼ੁਰੂ ਹੋਇਆ ਸੀ ਇਹ, ਤਾਂ ਲੱਗਦਾ ਸੀ ਕਿ ਨਹੀਂ ਜੀ ਇਹ ਸਤੰਬਰ ਅਕਤੂਬਰ ਤੱਕ ਠੀਕ ਹੋ ਜਾਣਾ, ਫਿਰ ਕਹਿੰਦੇ ਸੀ ਸਰਦੀਆਂ ਤੱਕ ਠੀਕ ਹੋ ਜਾਣਾ, ਸਰਦੀਆਂ ਵੀ ਫਿਰ ਕਹਿੰਦੇ ਸੀ ਵੈਕਸੀਨ ਆਉਣ ਤੱਕ ਠੀਕ ਹੋ ਜਾਣਾ, ਵੈਕਸੀਨ ਆ ਗਈ, ਫਿਰ ਕਹਿੰਦੇ ਸੀ ਲੱਗਣ ਤੱਕ ਠੀਕ ਹੋ ਜਾਣਾ, ਮਾਰਚ ਆ ਗਈ। ਹੁਣ ਜਦੋਂ ਮਾਰਚ ਤੱਕ ਕਹਿ ਰਹੇ ਆ ਕਿ ਵੈਕਸੀਨ ਲੱਗ ਜਾਣੀ ਆ ਜਾਂ ਸਤੰਬਰ ਤੱਕ ਲੱਗ ਜਾਣੀ ਆ, ਦੂਜੇ ਪਾਸੇ ਇਸ ਵਾਇਰਸ ਦੇ ਨਵੇਂ ਸਟ੍ਰੇਨ ਆਉਣੇ ਸ਼ੁਰੂ ਹੋ ਗਏ। UK ਦੇ ਵਿੱਚ ਆ ਗਿਆ, ਪੂਰੇ ਦਾ ਪੂਰਾ ਲੋਕਡਾਊਨ ਕਰ ਦਿੱਤਾ। ਸਾਡਾ ਗੁਆਂਢੀ ਮੁਲਕ ਅਮਰੀਕਾ, ਉੱਥੇ ਬੁਰੀ ਹਾਲਤ ਹੋਈ ਪਈ ਆ। ਜਿਹੜਾ ਲਾਸ ਐਂਜਲਸ ਦੇ ਵਿੱਚ ਉਹਨਾਂ ਨੇ ਐਂਬੂਲੈਂਸ ਵਾਲਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਭਾਈ ਜਿਹੜਾ ਕੋਈ ਲੱਗਦਾ ਤੁਹਾਨੂੰ ਨਹੀਂ ਬਚਣ ਵਾਲਾ ਉਹਨੂੰ ਛੱਡ ਆਓ, ਜਿਹੜਾ ਲੱਗਦਾ ਜਿਹਦੇ ਚਾਂਸ ਜ਼ਿਆਦਾ ਮਰੀਜ਼ ਦੇ ਬਚਣ ਵਾਲੇ ਉਹਨੂੰ ਲੈ ਕੇ ਆਓ। ਪੈਰਾਮੈਡਿਕ ਸਟਾਫ ਡਿਸਾਈਡ ਕਰ ਰਿਹਾ ਕਿ ਬਚਣ ਵਾਲਾ ਕਿ ਨਹੀਂ ਬਚਣ ਵਾਲੇ ਨੂੰ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ। ਚੂਜ਼ ਕਰਨਾ ਪੈ ਰਿਹਾ ਉਹਨਾਂ ਨੂੰ ਕਿਹਨੂੰ ਬਚਾਉਣਾ ਕਿਹਨੂੰ ਨਹੀਂ ਬਚਾਉਣਾ। ਜਿਹੜੇ ਚਰਚ ਆ, ਜਿਹੜੇ ਜਿਮ ਆ, ਉਹਨਾਂ ਦੇ ਵਿੱਚ ਹਸਪੀਟਲ ਬਣਾ ਦਿੱਤੇ ਗਏ ਆ। ਹੁਣ ਅਸੀਂ ਵੈਡਿੰਗ ਦੀ ਗੱਲ ਕਰ ਰਹੇ ਹਾਂ ਤਾਂ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਠਾਕ ਹੋਣ ਦੀ ਆਸ ਹੈਗੀ ਆ? ਮੰਨ ਲਓ ਇਹ ਠੀਕ ਠਾਕ ਨਹੀਂ ਹੁੰਦਾ ਜਾਂ ਇਹ ਸੰਕਟ ਇਸੇ ਤਰ੍ਹਾਂ ਸਾਡੇ ਸਾਹਮਣੇ ਖੜਾ ਰਹਿੰਦਾ ਜਿਸ ਤਰ੍ਹਾਂ ਹੈਗਾ ਆ ਅਜੇ ਲੰਬਾ ਸਮਾਂ, ਤਾਂ ਫਿਰ ਜਿਹੜੀਆਂ ਸੱਭਿਆਚਾਰਕ ਤਬਦੀਲੀਆਂ ਉਹ ਕਿਹੜੀਆਂ ਆਉਣਗੀਆਂ? ਫਿਰ ਤਾਂ ਛੋਟੇ ਵਿਆਹ ਹੋਣਗੇ ਹੀ ਨਾ। ਜਿਹੜੇ 1 ਸਾਲ ਦੇ ਵਿੱਚ ਜਿੰਨੇ ਵਿਆਹ ਹੋਣੇ ਸੀ ਉਹ ਦੂਜੇ ਸਾਲ ਚਲੇ ਗਏ, ਦੂਜੇ ਵਾਲੇ ਫਿਰ ਅੱਗੇ ਚਲੇ ਗਏ, ਤੇ ਕਿਤੇ ਤਾਂ ਜਾ ਕੇ ਉਹ ਸਾਰੇ ਇਕੱਠੇ ਹੋਣੇ ਹੀ ਆ। ਉਸ ਵੇਲੇ ਫਿਰ ਸਾਰਾ ਕੁਛ ਰਿਸੋਰਸਿਸ ਜਿਹੜੇ ਉਨੇ ਹੀ ਨੇ, ਕੀ ਫਿਰ ਜਿਹੜੇ ਪਿਛਲੇ ਲੋਕਾਂ ਨੇ ਕਰਾ ਲਏ ਹੌਲੀ ਹੌਲੀ ਇਹਦਾ ਇੱਕ ਰੂਪ ਬਦਲ ਜਾਊਗਾ। ਵਿਆਹ ਛੋਟੇ ਹੋਣ ਲੱਗ ਜਾਣਗੇ, ਫੰਕਸ਼ਨਸ ਛੋਟੇ ਹੋ ਜਾਣਗੇ, ਲੋਕ ਸਿੱਖ ਜਾਣਗੇ ਇਸ ਤਰੀਕੇ ਦੇ ਨਾਲ ਰਹਿਣਾ। ਕਈ ਜਿਹੜੀਆਂ ਬੜੇ ਵਿਲੱਖਣ ਤਰੀਕੇ ਦੇ ਨਾਲ ਵਿਆਹ ਹੋਏ ਕਿ ਉਹ ਘਰ ਦੇ ਬਾਹਰ ਖੜ੍ਹੇ ਆ, ਬਰਾਈਡ ਤੇ ਗਰੂਮ, ਲੋਕ ਕਾਰਾਂ ਦੇ ਵਿੱਚ ਆ ਰਹੇ ਆ, ਉਹਨਾਂ ਨੂੰ ਆਸ਼ੀਰਵਾਦ ਦੇ ਕੇ ਦੂਰੋਂ ਹੀ ਜਾ ਰਹੇ ਆ। ਕਈ ਨਵੀਆਂ ਕਿਸਮਾਂ ਜਿਹੜੀਆਂ ਨਵੇਂ ਰੂਪ ਸਾਡੇ ਸਾਹਮਣੇ ਆਏ ਆ, ਸ਼ਾਇਦ ਆਉਣ ਵਾਲੇ ਸਮੇਂ ਦੇ ਇਹ ਸਾਡੇ ਰੂਪ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੇਖਣਾ ਪਊਗਾ। ਸੋ ਅੱਜ ਆਪਾਂ ਚੱਲਦੇ ਹਾਂ ਇਹਨਾਂ ਸਾਰਿਆਂ ਦੇ ਕੋਲ, ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਇਹ ਕਿਹੜੀ ਕਿਹੜੀ ਕੰਮ ਦੇ ਨਾਲ ਸੰਬੰਧਿਤ ਨੇ, ਜਿਹੜਾ ਕੰਮ ਸਿੱਧੇ ਤੌਰ 'ਤੇ ਵਿਆਹਾਂ ਦੇ ਨਾਲ ਜੁੜਿਆ ਆ, ਤੇ ਕੀ ਇਹਨਾਂ ਦਾ ਕਹਿਣਾ ਆ, ਕੀ ਇਹਨਾਂ ਨੂੰ ਲੱਗਦਾ ਆ। ਸਵਾਲ ਬੜਾ ਸੌਖਾ ਆ ਕਿ ਪਿਛਲੇ ਵੇਲੇ ਦੇ ਵਿੱਚ ਕੀ ਹੋਇਆ ਤੇ ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰੂਗਾ। ਸੋ ਦੋਸਤੋ, ਵੈਡਿੰਗ ਇੰਡਸਟਰੀ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆ ਜਿਹੜੇ ਮੇਕਅਪ ਆਰਟਿਸਟ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਇਹਦੇ ਵਿੱਚ। ਉਹਨਾਂ ਦਾ ਕੀ ਇਹਦੇ ਬਾਰੇ ਇਸ ਵਾਰ ਹੈਗਾ, ਕਿਉਂਕਿ ਉਹਨਾਂ ਤੋਂ ਵੀ ਪਤਾ ਲੱਗ ਸਕਦਾ ਕਿ ਕਿੰਨੀਆਂ ਕੁ ਬੁਕਿੰਗ ਆ ਰਹੀਆਂ ਜਾਂ ਲੋਕ ਕਿੰਨੇ ਕਿਹਦੇ ਬਾਰੇ ਇਸ ਵਾਰੀ ਜਿਹੜੇ ਨਿਸ਼ਚਿਤ ਨੇ ਕਿ ਐਤਕੀ ਵਿਆਹ ਹੋਣਗੇ ਜਾਂ ਐਤਕੀ ਇਹ ਸਾਰਾ ਕੁਝ ਓਪਨ ਹੋ ਜਾਊਗਾ ਹਾਲਸ ਦੇ ਵਿੱਚ। ਜੇ ਨਹੀਂ ਹੋਣਗੇ ਤਾਂ ਇਹਦਾ ਦੂਜਾ ਬਦਲਿਆ ਰੂਪ ਕੀ ਹੋਊਗਾ। ਗਲੈਮਰ ਡੋਲਸ ਤੋਂ ਨਿਸ਼ੀ ਹੋਣਾ ਦੇ ਨਾਲ ਅਸੀਂ ਗੱਲ ਕਰਦੇ ਹਾਂ। ਨਿਸ਼ੀ ਜੀ, ਕੀ ਐਤਕੀ ਲੱਗਦਾ ਜੀ, ਕਿੱਦਾਂ ਬੁਕਿੰਗ ਆ ਤੇ ਲੋਕ ਕਿੰਨੇ ਕੁ ਆਸਵੰਦ ਆ ਵੀ ਇਸ ਵਾਰ ਵਿਆਹ ਹੋਣਗੇ? ਫਸਟ ਆਫ ਆਲ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਤੇ ਕੋਵਿਡ ਕਰਕੇ ਸਾਰੇ ਬਿਜ਼ਨੈਸਿਸ ਦਾ ਕਾਫੀ ਮਾੜਾ ਹਾਲ ਹੈਗਾ। ਤੇ 2020 ਤਾਂ ਤੁਸੀਂ ਕਹਿ ਸਕਦੇ ਹੋ ਵੀ ਮੇਬੀ 10 ਤੋਂ 15% ਵਿਆਹ ਹੋਏ ਹੋਣਗੇ, ਬਟ in 2021 we are hopeful that the numbers of the weddings will rise up. ਕੋਸ਼ਿਸ਼ ਹੈ ਕਿ ਬੁਕਿੰਗਸ ਤਾਂ ਮਿਲ ਰਹੀਆਂ ਨੇ, ਜਿਹੜੀ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦੀ ਹਾਂ। ਪੀਪਲ ਆਰ ਹੋਪਫੁਲ ਕਿ 2021 ਵੈਕਸੀਨ ਕਰਕੇ ਜਾਂ ਹੋਪਫੁਲੀ ਸੋਸ਼ਲ ਡਿਸਟੈਂਸਿੰਗ ਕਰਕੇ ਜ਼ਿਆਦਾ ਵਿਆਹ ਹੋਣਗੇ। ਕੁਛ ਮੈਂਟਲ ਤੌਰ 'ਤੇ ਤੁਸੀਂ ਕਹਿ ਸਕਦੇ ਹੋ, ਦਿਮਾਗੀ ਤੌਰ 'ਤੇ ਲੋਕੀ ਤਿਆਰ ਨੇ। ਜੇ 50 ਬੰਦਿਆਂ ਦਾ ਵਿਆਹ ਕਰਨਾ ਪੈਣਾ ਆ, ਲੋਕੀ ਤਿਆਰ ਨੇ ਉਸ ਚੀਜ਼ ਲਈ, ਤੇ ਜਿਹੜੇ ਨਹੀਂ ਤਿਆਰ ਨੇ ਉਹ ਇੰਤਜ਼ਾਰ ਕਰ ਰਹੇ ਨੇ। ਸੋ ਜਿਨ੍ਹਾਂ ਨੂੰ ਤਾਂ ਜਿੱਦਾਂ ਹੁਣ ਡਿਪੋਜ਼ਿਟਸ ਦਿੱਤੇ ਹੋਏ ਨੇ, 2-2 ਸਾਲ ਹੋ ਗਏ ਨੇ ਵੇਟ ਕਰਦਿਆਂ ਨੂੰ, ਬਿਕਾਜ਼ ਸਾਡੀ ਬੁਕਿੰਗਸ 2 ਸਾਲ ਪਹਿਲਾਂ ਹੋ ਜਾਂਦੀਆਂ ਕਈ ਵਾਰੀ। ਸੋ ਉਹਨਾਂ ਲਈ ਤਾਂ ਹੋਰ ਇੰਤਜ਼ਾਰ ਕਰਨਾ ਔਖਾ ਆ। ਸੋ ਉਹ ਇਸ ਚੀਜ਼ ਨਾਲ ਓਕੇ ਨੇ ਕਿ ਠੀਕ ਹੈ ਜੇ 50 ਬੰਦੇ ਨੇ ਇਟਸ ਓਕੇ, ਅਸੀਂ ਵਿਆਹ ਦੇ ਲਈ ਦੇ ਵਿਲ ਗੋ ਅਹੈਡ ਵਿਦ ਇਟ। ਇੱਕ ਚੀਜ਼ ਦਾ ਫਰਕ ਜ਼ਰੂਰ ਪਿਆ ਆ ਕਿ ਅੱਗੇ ਪ੍ਰੀ ਵੈਡਿੰਗ ਇਵੈਂਟਸ ਹੁੰਦੀਆਂ ਸੀਗੀਆਂ, ਰਿਸੈਪਸ਼ਨ ਹੁੰਦੀ ਸੀਗੀ। ਰਿਸੈਪਸ਼ਨ ਡੈਫੀਨੇਟਲੀ ਬਹੁਤ ਘੱਟ ਗਈ ਹੈ।
ਵੈਡਿੰਗਸ ਜਿਹੜੀਆਂ ਨੇ ਲੋਕੀ ਸਿਰਫ ਉਹਦੇ ਤੱਕ ਹੀ, ਜਿਹੜਾ ਵੈਡਿੰਗ ਡੇ ਆ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਆ, ਉਸ ਲਈ ਹੀ ਸਿਰਫ ਲੋਕੀ ਉੱਥੇ ਤੱਕ ਹੀ ਜਾ ਰਹੇ ਨੇ। ਮੇਬੀ ਮਾੜੀ ਜਿਹੀ ਜਿੱਦਾਂ ਘਰ ਦੇ ਬੰਦੇ ਮਿਲ ਕੇ ਮਾਈਆਂ ਕਰ ਲੈਣ ਤੇ ਬਾਕੀ ਜਿਹੜੇ ਇਵੈਂਟਸ ਨੇ ਉਹ ਸਾਰੇ ਹੋਲਡ ਤੇ ਨੇ। ਸੋ ਛੋਟੇ ਵਿਆਹ ਹੋ ਰਹੇ ਨੇ ਔਰ ਲੋਕੀ ਉਸ ਚੀਜ਼ ਲਈ ਹੁਣ ਜ਼ਿਆਦਾ ਤਿਆਰ ਨੇ 2020 ਦੇ ਮਤਲਬ ਮੁਕਾਬਲੇ। ਹਾਂਜੀ। ਤੇ ਤੁਹਾਡੇ ਤੇ ਕਿੰਨਾ ਕੁ ਵੱਡਾ ਇੰਪੈਕਟ ਪਿਆ ਪਿਛਲੇ ਸਾਲ ਇਸ ਸਾਰੇ ਕੁਛ ਦਾ? ਇਟ ਵਾਜ਼ ਅ ਮੇਜਰ ਇੰਪੈਕਟ ਐਕਚੁਅਲੀ। ਸਾਰੀ ਹੀ ਵੈਡਿੰਗ ਇੰਡਸਟਰੀ ਤੇ ਕਾਫੀ ਵੱਡਾ ਇੰਪੈਕਟ ਪਿਆ ਹੈਗਾ। ਜਿਹੜੀਆਂ ਸਾਡੀਆਂ ਬੁਕਿੰਗ ਸੀਗੀਆਂ ਸਾਰੀ 2020 ਦੀਆਂ, ਜਦੋਂ ਮਾਰਚ ਦੇ ਵਿੱਚ ਸੀਰੀਅਸ ਹੋ ਗਿਆ ਕਿ ਕੋਵਿਡ ਹੈ ਇੱਥੇ, ਹੁਣ ਘਰਾਂ 'ਚ ਬਹਿਣਾ ਪੈਣਾ ਆ, ਤੇ ਫਿਰ ਆਈ ਵੁੱਡ ਸੇ ਕਿ 99% ਬ੍ਰਾਈਡਸ ਨੇ ਸਾਨੂੰ ਕੰਟੈਕਟ ਕੀਤਾ ਆ ਕਿ ਹੁਣ ਅਸੀਂ ਆਪਣਾ ਵਿਆਹ ਜਿਹੜਾ ਹੈ ਪੋਸਟਪੋਨ ਕਰਾਂਗੇ। ਸਾਡੇ ਲਈ ਵੀ ਔਖਾ ਸੀਗਾ ਬਿਕਾਜ਼ ਇੱਦਾਂ ਕਦੇ ਹੋਇਆ ਨਹੀਂ ਕਿ ਡਿਪੋਜ਼ਿਟਸ ਲਈ ਕੀ ਕਰਾਂਗੇ ਹੁਣ ਜਾਂ ਕਿਸ ਤਰ੍ਹਾਂ ਹੁਣ ਕਰੀਏ। ਬਟ ਇੱਕ ਮੇਨ ਪਰਪਸ ਇਹ ਸੀਗਾ ਕਿ ਚਲੋ ਅਸੀਂ ਤਾਂ ਤੰਗ ਹੋ ਰਹੇ ਹਾਂ, ਇਟਸ ਓਕੇ, ਬਟ ਅਗਲਾ ਜਿਹਦਾ ਵਿਆਹ ਹੈਗਾ ਉਹ ਵੀ ਤੰਗ ਹੋ ਰਿਹਾ ਹੈ, ਉਹ ਵੀ ਕੋਈ ਸੌਖੀ ਪੋਜੀਸ਼ਨ 'ਚ ਨਹੀਂ ਹੈਗਾ। ਸੋ ਐਜ਼ ਅ ਕੰਪਨੀ ਗਲੈਮਰਡੋਲ ਸਟੂਡੀਓ ਦੇ ਵਿੱਚ ਅਸੀਂ ਇਹ ਫਿਰ ਸੋਚਿਆ ਕਿ ਅਸੀਂ ਉਹਨਾਂ ਨੂੰ ਜਿੱਦਾਂ ਕੋਈ ਹੀਲਾ ਹੈ ਨਹੀਂ, ਅਸੀਂ ਉਹਨਾਂ ਨੂੰ ਪੋਸਟਪੋਨ ਕਰਨ ਦੇਵਾਂਗੇ। ਅਸੀਂ ਆਪਣੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਉਹਨਾਂ ਨੂੰ ਡੇਟਸ ਦਿੱਤੀਆਂ, ਉਹਨਾਂ ਨੇ ਆਪਣੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਡੇਟਸ ਦਿੱਤੀਆਂ, ਫਿਰ ਅਸੀਂ ਸੈੱਟ ਕਰ ਲਿਆ ਕਿ ਓਕੇ ਇਸ ਡੇਟ ਦੇ ਹਿਸਾਬ ਨਾਲ ਇਹ ਠੀਕ ਪੈ ਰਿਹਾ ਹੈਗਾ। ਤੇ ਫਿਰ ਕਈ ਵਾਰੀ ਇੱਦਾਂ ਵੀ ਹੋਇਆ ਕਿ ਬ੍ਰਾਈਡਸ ਨੇ ਇੱਕ ਵਾਰ ਨਹੀਂ ਕਈ ਵਾਰੀ ਡੇਟਾਂ ਚੇਂਜ ਕੀਤੀਆਂ ਨੇ। ਸੋ ਇਨੀਸ਼ੀਅਲੀ ਤਾਂ ਇਟ ਵਾਜ਼ ਅੰਡਰਸਟੈਂਡੇਬਲ ਔਰ ਅਸੀਂ ਜੋ ਵੀ ਕਰ ਸਕਦੇ ਆਪਣੇ ਬ੍ਰਾਈਡਸ ਲਈ ਕਰ ਰਹੇ ਹਾਂ। ਬਟ ਥੈਂਕਫੁਲੀ ਹੁਣ 2021 ਦੇ ਵਿੱਚ ਥੋੜ੍ਹਾ ਜਿਹਾ ਲੋਕਾਂ ਨੂੰ ਜ਼ਿਆਦਾ ਪਤਾ ਕਿ ਕੀ ਕਰਨਾ, ਸੋ ਉਸ ਚੀਜ਼ ਦੇ ਵਿੱਚੋਂ ਨਹੀਂ ਅਸੀਂ ਜਾ ਰਹੇ ਹੈਗੇ। ਇੱਦਾਂ ਵੀ ਲੱਗਦਾ ਕਿ ਇਸ ਵਾਰੀ ਜਿਹੜੀਆਂ ਵੈਡਿੰਗਸ ਡਬਲ ਹੋਣਗੀਆਂ, ਜਿਹੜੀਆਂ ਪਿਛਲੇ ਸਾਲ ਦੀਆਂ ਪੈਂਡਿੰਗ ਸੀਗੀਆਂ, ਤੇ ਨੈਕਸਟ ਈਅਰ ਦੀਆਂ ਜਾਂ ਵੀਕ ਡੇਜ਼ ਦੇ ਵਿੱਚ ਵੀ ਇਹ ਇਵੈਂਟਸ ਹੋਣਗੇ? ਦੇਖੋ ਜੀ, ਲੱਗਦਾ ਤਾਂ ਇਹੀ ਹੈਗਾ ਕਿ ਬੁਕਿੰਗਸ ਹੁਣ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਪਰ ਯੂ ਨੈਵਰ ਨੋ ਬਿਕਾਜ਼ ਜਿਹੜਾ ਕੋਵਿਡ ਦਾ ਅੱਗੇ ਸੀਗਾ, ਚਲੋ ਵੈਕਸੀਨੇਸ਼ਨ ਆ ਗਈ ਹੈ, ਸੋ ਲੱਗ ਰਿਹਾ ਸੀਗਾ ਕਿ ਦੈਟਸ ਅਮੇਜ਼ਿੰਗ ਐਂਡ ਦੈਟਸ ਗੋਇੰਗ ਟੂ ਬੀ ਅ ਵੈਰੀ ਬਿਜ਼ੀ ਸੀਜ਼ਨ। ਪਰ ਹੋਇਆ ਕੀ ਹੈਗਾ, ਬਿਕਾਜ਼ ਹੁਣ ਕੋਵਿਡ ਦਾ ਜਿਹੜਾ ਇੱਕ ਨਵਾਂ ਰੂਪ ਆ ਰਿਹਾ ਹੈਗਾ, ਉਹਦੇ ਕਰਕੇ ਲੋਕੀ ਫੇਰ ਡਰ ਗਏ ਨੇ। ਸੋ ਐਵਰੀਬਡੀ ਇਜ਼ ਵੇਟਿੰਗ ਐਂਡ ਵਾਚਿੰਗ ਐਂਡ ਆਈ ਬਿਲੀਵ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਲੋਕੀ ਨਹੀਂ ਹੁਣ ਹੋਰ ਇੰਤਜ਼ਾਰ ਕਰ ਸਕਦੇ ਤੇ ਉਹ ਓਕੇ ਨੇ ਕਿ ਇਕੱਲੇ ਅਸੀਂ ਗੁਰਦੁਆਰੇ ਸਾਹਿਬ 'ਚ ਜਾ ਕੇ ਵਿਆਹ ਕਰ ਲੈਣਾ, ਉਹ ਇਸ ਸਾਲ ਕਰ ਰਹੇ ਨੇ ਐਂਡ ਉਹ ਸਾਲ ਕਰਨਗੇ। ਪਰ ਜਿਹੜੇ ਲੋਕੀ ਵੇਟ ਕਰ ਸਕਦੇ ਨੇ ਉਹ ਹਜੇ ਵੀ ਵੇਟ ਕਰ ਰਹੇ ਨੇ ਕਿ ਨਹੀਂ ਕੋਈ ਨਹੀਂ ਅਗਲੇ ਸਾਲ ਕਰ ਲਾਂਗੇ ਜਾਂ ਐਂਡ ਆਫ ਦਾ ਈਅਰ ਦੇਖਦੇ ਹਾਂ। ਸੋ ਅ ਲੋਟ ਆਫ ਟਾਈਮਸ ਸਾਨੂੰ ਇਨਕੁਆਇਰੀਜ਼ ਆ ਰਹੀਆਂ ਨੇ। ਹੁਣ ਇਨਕੁਆਇਰੀਜ਼ ਇੱਦਾਂ ਆਉਂਦੀਆਂ ਨੇ ਕਿ ਐਂਡ ਆਫ ਦਾ ਈਅਰ ਲਈ ਬਹੁਤ ਸਾਰੇ ਲੋਕੀ ਗਰਮੀ 'ਚ ਨਹੀਂ ਵਿਆਹ ਕਰਨਾ ਚਾਹੁੰਦੇ, ਐਂਡ ਆਫ ਦਾ ਈਅਰ ਤੱਕ ਵੇਟ ਕਰਨਾ ਚਾਹੁੰਦੇ ਬਿਕਾਜ਼ ਕਿਹਾ ਇਹ ਜਾ ਰਿਹਾ ਹੈਗਾ ਕਿ ਵੈਕਸੀਨ ਜਿਹੜੀ ਆਮ ਲੋਕਾਂ ਤੱਕ ਹੈ ਐਂਡ ਆਫ ਦਾ ਈਅਰ ਤੱਕ ਪਹੁੰਚੇਗੀ। ਸੋ ਤਾਂ ਕਰਕੇ ਮੇਰੇ ਖਿਆਲ ਤੋਂ ਲੋਕੀ ਵੇਟ ਕਰ ਰਹੇ ਨੇ ਇਸ ਚੀਜ਼ ਦੀ। ਕਿੰਨਾ ਬਿਜ਼ੀ ਹੋਏਗਾ ਇਹ ਵਕਤ ਦੱਸੇਗਾ। ਸਾਡੀ ਡੈਫੀਨਿਟਲੀ ਜਿਹੜੀ ਬੁਕਿੰਗਸ ਆ ਉਹ ਵਧਣੀਆਂ ਸ਼ੁਰੂ ਹੋ ਗਈਆਂ ਨੇ। 2022 ਦੀ ਬੁਕਿੰਗ ਕਿਸ ਤਰ੍ਹਾਂ ਆ? ਕਿਉਂਕਿ ਕਈ ਲੋਕ ਇਦਾਂ ਵੀ ਸੋਚ ਰਹੇ ਆ ਵੀ ਆਹ ਸਾਲ ਤਾਂ ਇਹ ਇਦਾਂ ਹੀ ਰਹਿਣਾ ਆ, ਹੋ ਸਕਦਾ ਠੀਕ ਹੋ ਜੇ, ਹੋ ਸਕਦਾ ਠੀਕ ਨਾ ਹੋਵੇ ਵੀ। 2022 ਤੱਕ ਵੀ ਕੁਝ ਲੋਕ ਜਿਹੜੇ ਪੋਸਟਪੋਨ ਕਰ ਸਕਦੇ ਆ, ਆਪਣੀ ਇਵੈਂਟਸ ਪੋਸਟਪੋਨ ਕਰ ਰਹੇ, ਕੁਝ ਇਹ ਵੀ ਟ੍ਰੈਂਡ ਹੈਗਾ? ਬਿਲਕੁਲ ਜੀ। ਵਾਟਸ ਗੋਇੰਗ ਔਨ ਇਜ਼ ਕਿ ਇਸ ਵੇਲੇ ਬਹੁਤ ਸਾਰੀ ਬੁਕਿੰਗਸ ਜਿਹੜੀਆਂ, ਬਹੁਤ ਸਾਰੀ ਇਨਕੁਆਇਰੀਜ਼ ਜਿਹੜੀਆਂ ਨੇ 2022 ਲਈ ਹੀ ਆ ਰਹੀਆਂ ਨੇ ਐਂਡ ਜਾਂ ਫਿਰ ਮੈਂ ਤੁਹਾਨੂੰ ਦੱਸਿਆ ਸੀ 21 ਦੇ ਐਂਡ ਲਈ ਆ ਰਹੀਆਂ ਨੇ। ਸੋ ਜਿਹੜੀ 22 ਲਈ ਬੁਕਿੰਗਸ ਆ ਰਹੀਆਂ ਨੇ ਉਹ ਵੀ ਇਸ ਚੀਜ਼ 'ਤੇ ਥੋੜ੍ਹਾ ਪੋਜ਼ੀਟਿਵ ਹੋ ਰਹੇ ਨੇ ਕਿ ਹੋਪਫੁਲੀ ਐਵਰੀਥਿੰਗ ਵਿਲ ਬੀ ਬੈਟਰ ਬਾਏ ਦੈਨ। ਬਟ ਐਟ ਦ ਸੇਮ ਟਾਈਮ ਉਹ ਸਾਨੂੰ ਇਹ ਵੀ ਪੁੱਛਦੇ ਕਿ ਸਾਡੀ ਕੀ ਪੋਲਿਸੀ ਹੈ ਇਨ ਕੇਸ ਜੇ ਉਹਨਾਂ ਨੂੰ ਪੋਸਟਪੋਨ ਕਰਨਾ ਪਵੇ ਵਿਆਹ। ਸੋ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਵੀ ਆਰ ਫਾਈਨ ਪੋਸਟਪੋਨ ਕਰਨ ਲਈ, ਅਸੀਂ ਉਹਨਾਂ ਦੇ ਨਾਲ ਹੈ ਅਤੇ ਅਸੀਂ ਉਹਦੇ ਨਾਲ ਮਤਲਬ ਕਿ ਜੋ ਵੀ ਉਹਨਾਂ ਦੇ ਪੋਸਟਪੋਨ ਕਰਨ ਦਾ ਹੈਗਾ, ਜਿੰਨਾ ਵੀ ਅਸੀਂ ਕਰ ਸਕਾਂਗੇ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ। ਜਿਹੜੀ ਸਾਰੀ ਰੀਸਕੈਜੂਲਿੰਗ ਕੀਤੀ ਇਹਦੇ 'ਚ ਕਿੰਨੀ ਕੁ ਡਿਫੀਕਲਟ ਸੀਗਾ, ਇਹ ਔਖਾ ਕਿੰਨਾ ਕੁ ਸੀ ਕਿ ਡੇਟਸ ਅੱਗੇ ਕਰਨੀਆਂ ਫਿਰ ਕੈਂਸਲ ਕਰਨੀਆਂ ਜਾਂ ਅਨਸਰਟਨਟੀ? ਇਟ ਵਾਜ਼ ਕੁਆਇਟ ਚੈਲੰਜਿੰਗ, ਆਈਲ ਬੀ ਆਨੈਸਟ ਵਿਦ ਯੂ, ਬਿਕਾਜ਼ ਸਕੈਜੂਲ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਚਾਹੁੰਦੇ ਤਾਂ ਹੈਗੇ ਕਿ ਸਾਰਿਆਂ ਨੂੰ ਖੁਸ਼ ਕਰੀਏ ਔਰ ਕੋਸ਼ਿਸ਼ ਵੀ ਇਹੀ ਰਹੀ ਹੈ ਕਿ ਸਾਰਿਆਂ ਨੂੰ ਖੁਸ਼ ਕਰੀਏ। ਬਟ ਅਸੀਂ ਆਪਣੀ ਬ੍ਰਾਈਡਸ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਇੱਕ ਡੇਟ ਨਾ ਦਿਓ, ਤੁਸੀਂ ਸਾਨੂੰ ਮਲਟੀਪਲ ਡੇਟਸ ਦਿਓ ਔਰ ਆਪਣੇ ਵੈਨਿਊਜ਼ ਦੇ ਨਾਲ ਚੈੱਕ ਕਰੋ ਕਿ ਕੀ ਉਹ ਤੁਹਾਨੂੰ ਮਲਟੀਪਲ ਡੇਟਸ ਦੇ ਸਕਦੇ ਆ ਐਂਡ ਦੈਨ ਫਿਰ ਅਸੀਂ ਉਹਦੇ ਵਿੱਚੋਂ ਮਤਲਬ ਕਿ ਦੇਖ ਸਕਦੇ ਹਾਂ ਕਿ ਸਾਡੀ ਕੀ ਅਵੇਲੇਬਿਲਿਟੀ ਹੈ ਔਰ ਜੇ ਸਾਡੀ ਅਵੇਲੇਬਿਲਿਟੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਰੀਸਕੈਜੂਲ ਕਰਨ ਲਈ। ਬਟ ਜਾਂ ਇਹੀ ਪ੍ਰੋਬਲਮ ਸੀਗੀ ਕਿ ਕੋਈ ਬ੍ਰਾਈਡ ਇੱਕ ਡੇਟ ਮੰਗ ਰਹੀ ਔਰ ਦੂਸਰੀ ਬ੍ਰਾਈਡ ਵੀ ਉਹੀ ਜਦੋਂ ਡੇਟ ਮੰਗ ਰਹੀ ਹੁੰਦੀ ਹੈ ਫਿਰ ਥੋੜ੍ਹੀ ਜਿਹੀ ਹੋ ਜਾਂਦੀ ਹੈ ਪ੍ਰੋਬਲਮ। ਕਈ ਜਿਹੜੇ ਵਿਆਹ ਇਸ ਸਾਲ ਹੈਗੇ ਆ ਪਰ ਉਹ ਵੀ ਥੋੜ੍ਹੇ ਜਿਹੇ ਡਰੇ ਆ ਵੀ ਜਿਵੇਂ 50 ਤੱਕ ਹੋ ਸਕਦਾ ਜਾਂ ਕੁਝ ਕਹਿੰਦੇ 10 ਤੱਕ ਵੀ ਹੋ ਸਕਦਾ ਜਾਂ ਹੁਣ ਬਿਲਕੁਲ ਵੀ ਨਹੀਂ ਆ, ਹੋ ਸਕਦਾ ਜਿਹੜੀਆਂ ਨਵੀਂ ਸਟੇਜ ਇੱਦਾਂ ਹੀ ਰਹਿ ਜਾਣ। ਕੀ ਲੱਗਦਾ, ਤੁਹਾਡਾ ਕੀ ਅੰਦਾਜ਼ਾ ਆ ਜਾਂ ਉਹਨਾਂ ਨੂੰ ਕੀ ਸਲਾਹ ਆ ਵੀ ਹੋ ਜਾਊਗਾ 10-50 ਤੱਕ ਜਾਂ ਇਸ ਵੇਲੇ ਤੁਹਾਨੂੰ ਕੀ ਲੱਗ ਰਿਹਾ?
ਅਗੇਨ ਲਾਈਕ ਇਟਸ ਸੋ ਡਿਫਿਕਲਟ ਟੂ ਪ੍ਰੈਡਿਕਟ। ਜੇ ਤਾਂ ਹੁਣ ਸਾਰਾ ਕੁਝ ਉਦਾਂ ਹੀ ਚੱਲ ਰਿਹਾ ਹੁੰਦਾ ਜਿੱਦਾਂ ਚੱਲ ਰਿਹਾ ਸੀਗਾ ਕਿ ਵੈਕਸੀਨ ਆ ਰਹੀ ਹੈ ਤੇ ਫਿਰ ਇਟ ਵਾਸ ਵੈਰੀ ਪੋਜ਼ਿਟਿਵ, ਬਟ ਜਿਹੜਾ ਇਹ ਕੋਵਿਡ ਦਾ ਸੈਕੰਡ ਫੇਜ਼ ਤੁਸੀਂ ਕਹਿ ਸਕਦੇ ਹੋ ਆ ਗਿਆ ਹੈਗਾ ਕਿ ਦੇਰ ਇਜ਼ ਅਨਦਰ ਕੋਵਿਡ ਦੈਟ ਇਜ਼ ਇਵੋਲਵਡ ਐਂਡ ਉਹਦੇ ਕਰਕੇ ਉਹ ਛੇਤੀ ਫੈਲਣਾ ਹੈ ਔਰ ਸਿੰਪਟਮਸ ਵੀ ਮਾੜੇ ਨੇ। ਸੋ ਆਈ ਥਿੰਕ ਲੋਕੀ ਥੋੜ੍ਹੇ ਜਿਹੇ ਹੋਰ ਫੇਰ ਡਰ ਗਏ ਨੇ ਉਸ ਕਰਕੇ। ਅਗੇਨ ਜਿਨ੍ਹਾਂ ਨੂੰ ਤਾਂ ਬਹੁਤ ਜ਼ਰੂਰੀ ਹੈ ਕਿ ਇਸ ਸਾਲ ਉਹਨਾਂ ਨੇ ਵਿਆਹ ਕਰਨਾ ਹੀ ਹੈ ਔਰ ਇਟ ਡਜ਼ਨਟ ਬੋਦਰ them ਕਿ ਅਸੀਂ ਜ਼ਿਆਦਾ ਬੰਦੇ ਲੈ ਕੇ ਜਾਈਏ ਕਿ ਘੱਟ ਬੰਦੇ ਲੈ ਕੇ ਜਾਈਏ, ਉਹ ਤਾਂ ਕਰ ਹੀ ਰਹੇ ਨੇ। ਦੇਰ ਇਜ਼ ਨੋ ਇਫ ਔਰ ਬਟ ਅਬਾਊਟ ਇਟ। ਅਗੇਨ ਜਿਨ੍ਹਾਂ ਕੋਲ ਇਹ ਲਗਜ਼ਰੀ ਹੈ ਕਿ ਉਹ ਵੇਟ ਕਰ ਸਕਦੇ ਨੇ, ਉਹ ਵੇਟ ਕਰ ਰਹੇ ਨੇ। ਦੈਟਸ ਵਾਟ ਆਈ ਵੁੱਡ ਸੇ ਅਗੇਨ। ਲਾਸਟ ਕੁਐਸਚਨ, ਬਹੁਤ ਸਾਰੀਆਂ ਵੈਡਿੰਗ ਤੁਸੀਂ ਇਸ ਵਾਰੀ ਵੀ ਕੀਤੀਆਂ ਹੋਣਗੀਆਂ ਜਿਹੜੀਆਂ ਕਿ ਛੋਟੀਆਂ ਹੋਈਆਂ, ਪਹਿਲਾਂ ਵਰਗੀਆਂ ਨਹੀਂ ਹੋਈਆਂ। ਆਬਜ਼ਰਵੇਸ਼ਨ ਕੀ ਸੀ ਵੀ ਉਹ ਖੁਸ਼ ਆ ਛੋਟੀ ਦੇ ਨਾਲ, ਜਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੀਗਾ ਵੀ ਨਹੀਂ ਪਹਿਲਾਂ ਵਰਗਾ ਨਹੀਂ ਹੋਇਆ ਵਿਆਹ? ਬਿਲਕੁਲ, ਕਿਉਂਕਿ ਮੋਸਟਲੀ ਬ੍ਰਾਈਡਸ, ਕਿਉਂਕਿ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਾਂ ਈਵਨ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਓਵਰਆਲ ਜੇ ਮੈਂ ਕਹੂੰਗੀ, ਈਵਨ ਜਿਹੜੀ ਸਾਡੀ ਬ੍ਰਾਈਡਸ ਆ ਪਾਕਿਸਤਾਨ ਤੋਂ ਵੀ ਹੁੰਦੀਆਂ ਨੇ ਜਾਂ ਡਿਫਰੈਂਟ ਕੰਟਰੀਜ਼ ਤੋਂ ਹੁੰਦੀਆਂ ਨੇ, ਸਾਡੀ ਫੈਮਲੀਜ਼ ਇੰਨੀ ਵੱਡੀਆਂ ਨੇ ਕਿ 50 ਤਾਂ ਬੰਦੇ ਸਾਡੇ ਆਪਣੇ ਘਰ ਦੇ ਉੱਦਾਂ ਹੀ ਹੋ ਜਾਂਦੇ ਆ, ਚਾਚੇ ਤਾਏ ਮਾਮੇ ਮਿਲਾ ਕੇ। ਸੋ ਫਿਰ 50 ਬੰਦਿਆਂ ਦੇ ਵਿੱਚ ਤੁਹਾਡੇ ਵੈਂਡਰਸ ਵੀ ਹੋਣਗੇ, ਤੁਹਾਡੇ ਕੇਟਰਰਸ ਵੀ ਹੋਣਗੇ, ਤੇ ਤੁਹਾਡੇ ਮੁੰਡੇ ਵਾਲੇ ਵੀ ਹੋਣਗੇ ਤੇ ਕੁੜੀਆਂ ਵਾਲੇ ਵੀ ਹੋਣਗੇ। ਔਖਾ ਤਾਂ ਬਹੁਤ ਹੈ ਔਰ ਹਰ ਇੱਕ ਬੰਦੇ ਨੇ ਕੰਪਲੇਂਟ ਕੀਤੀ ਹੈਗੀ ਹੈ, ਪਰ ਕਈ ਬ੍ਰਾਈਡਸ ਨੇ ਕਿਹਾ ਕਿ ਚਲੋ ਸਾਨੂੰ ਤਾਂ ਇਹ ਖੁਸ਼ੀ ਹੈ ਕਿ ਜਿਨ੍ਹਾਂ ਨਾਲ ਅਸੀਂ ਵਿਆਹ ਕਰਨਾ ਚਾਹੁੰਦੇ ਸੀ ਉਹਨਾਂ ਨਾਲ ਵਿਆਹ ਹੋ ਗਿਆ। ਸੋ ਕਈਆਂ ਦੇ ਮਾਂ-ਬਾਪ ਇੰਡੀਆ ਤੋਂ ਆਏ ਹੋਏ ਸੀਗੇ ਤਾਂ ਉਹ ਵਿਆਹ ਕਰਕੇ ਆਏ ਹੋਏ ਸੀਗੇ, ਤਾਂ ਉਹਨਾਂ ਨੂੰ ਇਹ ਖੁਸ਼ੀ ਕਿ ਚਲੋ ਸਾਡੇ ਮਾਂ-ਬਾਪ ਤਾਂ ਆ ਸਕੇ। ਸੋ ਹਰ ਇੱਕ ਦਾ ਡਿਫਰੈਂਟ ਸਿਨੈਰੀਓ ਹੈ, ਬਟ ਮੋਸਟਲੀ ਲੋਕਾਂ ਨੂੰ ਡਿਸਅਪੁਆਇੰਟਮੈਂਟ ਸੀਗੀ ਕਿ ਅਸੀਂ ਵੱਡੇ ਇਕੱਠ ਵਾਲਾ ਵਿਆਹ ਨਹੀਂ ਕਰ ਸਕੇ ਜਾਂ ਫਿਰ ਰਿਸੈਪਸ਼ਨ ਨਹੀਂ ਕਰ ਸਕੇ। ਥੈਂਕ ਯੂ। ਯੂ ਵੈਲਕਮ। ਵੈਡਿੰਗ ਦੇ ਨਾਲ ਸੰਬੰਧਿਤ ਜਿਹੜੇ ਵੀਡੀਓਗ੍ਰਾਫਰ ਜਾਂ ਫੋਟੋਗ੍ਰਾਫਰ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਇਹਦੇ ਵਿੱਚ ਅਹਿਮ ਰੋਲ ਹੁੰਦਾ, ਔਰ ਉਹਨਾਂ ਦੇ ਕੋਲੋਂ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਇਹਦਾ ਕੀ ਇੰਪੈਕਟ ਹੋਇਆ, ਜਾਂ ਉਹਨਾਂ ਦੀ ਹੁਣ ਇਹਨਾਂ ਬਾਰੇ ਕੀ ਪ੍ਰੈਡਿਕਸ਼ਨ ਹੈ ਕਿ ਕੀ ਹੋ ਸਕਦਾ, ਜਾਂ ਪਿਛਲੇ ਇਸ ਸਾਲ ਦੇ ਵਿੱਚ ਜਿਹੜਾ ਲੰਘ ਚੁੱਕਿਆ 2020, ਇਹਦੇ ਵਿੱਚ ਜਿਹੜੇ ਵਿਆਹ ਉਹਨਾਂ ਕੋਲੇ ਬੁੱਕ ਹੋਏ ਸੀ ਉਹ ਫਿਰ ਕੀ 21 ਦੇ ਵਿੱਚ ਚਲੇ ਗਏ, ਜਾਂ ਹੁਣ ਕੀ ਆ 21 ਦੀ ਸਥਿਤੀ ਕੀ ਹੈ, ਤੇ ਕੀ ਲੱਗਦਾ ਕਿ ਕੀ ਹੋਊਗਾ? ਕੈਪਚਰਡ ਮੂਮੈਂਟਸ ਤੋਂ ਹੈਰੀ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹੈਰੀ ਜੀ, ਜਿਹੜੇ 2020 ਦੇ ਵਿੱਚ ਵਿਆਹ ਸੀ ਉਹ ਅੱਗੇ ਚਲੇ ਗਏ ਜਾਂ ਕੀ ਹੋਇਆ ਉਹਦਾ ਜੀ? ਇਸ ਸਾਲ ਸਾਰਾ ਕੁਝ ਅਨਐਕਸਪੈਕਟਡ ਹੋਇਆ ਜਸਕਰਨ ਜੀ। ਜਿੱਦਾਂ ਜਿੰਨੀਆਂ ਵੀ ਬੁਕਿੰਗ ਸੀ ਪਹਿਲਾਂ ਤਾਂ ਉਹ ਕੈਂਸਲ ਹੋ ਗਈਆਂ ਜਦੋਂ ਕੋਵਿਡ ਸਟਾਰਟ ਹੋਇਆ, ਜਦੋਂ ਇੱਕੋ ਦਮ ਸਾਰੇ ਪਾਸੇ ਸਾਰੇ ਵਰਲਡ ਵਿੱਚ ਪੈਨਿਕ ਜਿੱਦਾਂ ਫੈਲ ਗਿਆ ਸੀਗਾ। ਸੋ ਸਾਰੀਆਂ ਬੁਕਿੰਗਸ ਪਹਿਲਾਂ ਤਾਂ ਕੈਂਸਲ ਹੋ ਗਈਆਂ, ਪਰ ਫਿਰ ਖੜੇ ਪੈਰ ਵੈਡਿੰਗਸ ਹੋਈਆਂ ਬਹੁਤ ਜ਼ਿਆਦਾ। ਜਦੋਂ ਗੌਰਮੈਂਟ ਨੇ ਰਿਸਟ੍ਰਿਕਸ਼ਨਸ ਵੀ ਲਾਈਆਂ ਸੀ, ਪਰ ਫਿਰ ਵੀ ਲੋਕੀ ਵੈਡਿੰਗਸ ਕਰੀ ਗਏ। ਸੋ ਨਵੀਆਂ ਬੁਕਿੰਗਸ ਆਈਆਂ ਫਿਰ ਉਸ ਤੋਂ ਬਾਅਦ। ਤੇ ਇਹ ਜਿਹੜੀਆਂ ਵੈਡਿੰਗ ਸੀ ਇਹ ਘਰਾਂ ਦੇ ਵਿੱਚ ਹੋਈਆਂ? ਕੁਛ ਘਰਾਂ ਦੇ ਵਿੱਚ ਹੋਈਆਂ, ਕੁਛ ਪ੍ਰਾਈਵੇਟ ਪਲੇਸਿਸ ਤੇ ਕੁਛ ਜਿੱਥੇ ਥੋੜ੍ਹੇ ਬੰਦਿਆਂ ਦਾ ਅਰੇਂਜਮੈਂਟ ਹੋ ਸਕਦਾ, ਕੁਛ ਉੱਦਾਂ ਦੀਆਂ ਥਾਵਾਂ 'ਤੇ। ਹੁਣ 2021 ਦੀ ਕੀ ਸਥਿਤੀ ਹੈ? ਪਿਛਲੀਆਂ ਵੀ ਕੈਰੀ ਫਾਰਵਰਡ ਹੋ ਗਈਆਂ, ਨਵੀਆਂ ਹੋ ਗਈਆਂ, ਜਾਂ ਹੁਣ ਕੀ ਆ ਇਸ ਵਾਰੀ ਜੀ? ਪਹਿਲਾਂ ਜਿਹੜੀ ਗੌਰਮੈਂਟ ਦੀ ਰਿਸਟ੍ਰਿਕਸ਼ਨ ਸੀ ਉਹਦੇ ਅਕੋਰਡਿੰਗ 50 ਬੰਦਿਆਂ ਦੇ ਵਿੱਚ ਵਿਆਹ ਹੋ ਸਕਦਾ ਸੀ। ਹੁਣ ਜਿਹੜੀਆਂ ਰਾਈਟ ਨਾਓ ਚੱਲਦੀਆਂ ਉਹਦੇ ਵਿੱਚ ਟੋਟਲ 10 ਬੰਦੇ ਹੋ ਸਕਦੇ ਆ। ਸੋ ਜਿਨ੍ਹਾਂ ਬੰਦਿਆਂ ਨੂੰ ਤਾਂ ਇੱਦਾਂ ਵਰਥ ਕਰਦਾ ਸੀ ਕਿ ਥੋੜ੍ਹੇ ਬੰਦਿਆਂ ਵਿੱਚ ਵੈਡਿੰਗ ਪੋਸੀਬਲ ਆ, ਉਹਨਾਂ ਨੇ ਤਾਂ ਕਰ ਲਈਆਂ, ਬਟ ਬਾਕੀਆਂ ਨੇ ਜਿਹੜੇ ਚਾਹੁੰਦੇ ਸੀ ਕਿ ਆਪਾਂ ਵੱਡਾ ਹੀ ਵਿਆਹ ਕਰਨਾ, ਆਪਾਂ ਪੈਸੇ ਜ਼ਿਆਦਾ ਲਾਉਣੇ ਆ, ਉਹਨਾਂ ਨੇ ਅਗਲੇ ਸਾਲ 'ਤੇ ਆਪਣੀ ਵੈਡਿੰਗ ਜਿਹੜੀ ਪੋਸਟਪੋਨ ਕਰ ਲਈ ਆ। ਅਤੇ ਹੋਰ ਵੀ ਵੈਡਿੰਗਸ ਅਗਲੇ ਸਾਲ ਮੈਨੂੰ ਇੱਦਾਂ ਲੱਗਦਾ ਪਿਆ ਕਿ ਬਹੁਤ ਜ਼ਿਆਦਾ ਬਿਜ਼ੀ ਈਅਰ ਹੋਊਗਾ, ਕਿਉਂਕਿ ਇਸ ਸਾਲ ਦਾ ਸਾਰਾ ਕੁਛ ਅਗਲੇ ਸਾਲ 'ਤੇ ਜਾ ਕੇ ਰਿਫਲੈਕਟ ਹੋਣਾ। ਸੋ ਜਿਸ ਹਿਸਾਬ ਨਾਲ ਬੁਕਿੰਗਸ ਹੋ ਰਹੀਆਂ ਅਗਲੇ ਸਾਲ ਦੀਆਂ ਬੁਕਿੰਗਸ ਤਾਂ ਬਹੁਤ ਜ਼ਿਆਦਾ ਆ। ਇਹ ਅਗਲਾ ਸਾਲ ਮਤਲਬ 2022 ਦੇ ਵਿੱਚ ਜ਼ਿਆਦਾ ਬੁਕਿੰਗ ਹੋਣਗੀਆਂ, 21 ਇਸ ਤਰ੍ਹਾਂ ਰਹਿ ਜਾਊਗਾ, ਜਾਂ ਐਤਕੀ ਵੀ ਜ਼ਿਆਦਾ ਬੁਕਿੰਗਸ ਹੈਗੀਆਂ? ਮੈਨੂੰ 2021 ਵਿੱਚ ਲੱਗਦਾ ਕਿ ਬਹੁਤ ਜ਼ਿਆਦਾ ਬੁਕਿੰਗਸ ਹੋਣਗੀਆਂ। ਤੇ ਤੁਹਾਡਾ ਨਾਲ ਤੁਸੀਂ ਡਾਇਰੈਕਟਰ ਵੀ ਹੋ, ਗੀਤ ਜਿਹੜੇ ਸੌਂਗ ਸ਼ੂਟ ਕਰਦੇ ਹੋ, ਇਹ ਇੰਡਸਟਰੀ ਦਾ ਕੋਈ ਇੱਦਾਂ ਅਸਰ ਪਿਆ ਵੀ ਜਿਹੜੇ ਤੁਸੀਂ ਸੀਗੇ ਜਿਹੜੇ ਵੈਡਿੰਗ ਦੇ ਵਿੱਚ ਜ਼ਿਆਦਾ ਇਨਵੋਲਵ ਹੁੰਦੇ ਸੀ, ਦੂਜੇ ਪਾਸੇ ਨੂੰ ਉਹਨਾਂ ਨੇ ਕੋਈ ਸ਼ਿਫਟ ਕੀਤਾ? ਸਾਈਮਲਟੇਨੀਅਸਲੀ ਚੱਲਿਆ ਭਾਜੀ। ਜਿੱਦਾਂ ਸੌਂਗਸ ਦਾ ਵੀ ਇੱਦਾਂ ਹੁੰਦਾ ਕਿ ਗਰਮੀਆਂ ਦੇ ਵਿੱਚ ਸਿੰਗਰ ਇੰਡੀਆ ਤੋਂ ਆਉਂਦੇ ਆ ਕਾਫੀ ਜ਼ਿਆਦਾ, ਅਤੇ ਉਹ ਕੋਵਿਡ ਦੇ ਕਰਕੇ ਇਸ ਵਾਰ ਆ ਨਹੀਂ ਪਾਏ। ਸੋ ਉਸ ਚੀਜ਼ ਨੇ ਕੋਵਿਡ ਨੇ ਰਿਫਲੈਕਟ ਤਾਂ ਕੀਤਾ ਉਸ ਬਿਜ਼ਨਸ ਨੂੰ ਵੀ, ਪਰ ਓਵਰਆਲ ਫਿਰ ਵੀ ਜੋ ਪਹਿਲਾਂ ਐਕਸਪੈਕਟ ਕੀਤਾ ਸੀ ਜਦੋਂ ਸਟਾਰਟ ਹੋਇਆ ਕੋਵਿਡ, ਇੱਦਾਂ ਐਕਸਪੈਕਟ ਕੀਤਾ ਸੀ ਕਿ ਬਿਲਕੁਲ ਕੁਛ ਹੋਊਗਾ ਨਹੀਂ ਇਸ ਸਾਲ, ਵੀ ਕਾਫੀ ਲੋਸ ਹੋਊਗਾ, ਪਰ ਉੱਦਾਂ ਨਹੀਂ ਰਿਹਾ। ਫਿਰ ਵੀ ਠੀਕ ਠਾਕ ਚੱਲਦਾ ਰਿਹਾ। ਤੇ ਕੀ ਇਹਦੇ ਨਾਲ ਤੁਹਾਡੇ ਰੇਟ ਦੇ ਵਿੱਚ, ਪ੍ਰਾਈਸ ਦੇ ਵਿੱਚ ਵੀ ਕਮੀ ਆਈ ਵੀ ਜੇ ਵਿਆਹ ਛੋਟਾ ਹੈ ਤਾਂ ਤੁਸੀਂ ਪੈਸੇ ਘੱਟ ਲੈਂਦੇ ਹੋ, ਜਾਂ ਤੁਹਾਡੇ ਜਿਹੜੇ ਰੇਟਸ ਨੇ ਉਨੇ ਹੀ ਹੁੰਦੇ ਆ? ਮੈਂ ਆਪਣੇ ਕੁਛ ਤਰੀਕੇ ਬਣਾਏ ਹੋਏ ਆ ਕੰਮ ਕਰਨ ਦੇ, ਮੈਂ ਨਹੀਂ ਕੋਈ ਪ੍ਰਾਈਜ਼ ਘਟਾਇਆ। ਹਾਂ, ਜੇ ਆਵਰਸ ਘੱਟ ਲੱਗੇ ਆ ਉਹਦੇ ਅਕੋਰਡਿੰਗ, ਜਾਂ ਆਵਰਸ ਜਾਂ ਈਵੈਂਟਸ ਘੱਟ ਸੀ ਉਹਦੇ ਅਕੋਰਡਿੰਗ ਜ਼ਰੂਰ ਪੈਸੇ ਘੱਟ ਲਏ ਆ। ਪਰ ਜੇ ਆਪਾਂ ਕਹੀਏ ਕਿ ਕੋਵਿਡ ਆ ਗਿਆ, ਕੋਵਿਡ ਦੇ ਵਿੱਚ ਆਪਾਂ ਵਿਆਹ ਸ਼ੂਟ ਕੀਤਾ, ਤਾਂ ਉੱਦਾਂ ਹੀ ਪੈਸੇ ਜਿੱਦਾਂ ਹੁਣ ਕਈ ਲੋਕੀ ਸੋਚਦੇ ਆ ਵੀ ਬੰਦੇ ਘੱਟ ਆ ਤਾਂ ਪੈਸੇ ਘੱਟ ਲੱਗਣੇ ਚਾਹੀਦੇ, ਉੱਦਾਂ ਕੋਈ ਨਹੀਂ ਗਾ। ਜਿੱਦਾਂ ਹੁਣ ਜਦੋਂ ਇੱਕ ਫੋਟੋਗ੍ਰਾਫਰ ਜਾਂ ਵੀਡੀਓਗ੍ਰਾਫਰ ਘਰੋਂ ਚਲ ਗਿਆ ਕੰਮ ਕਰਨ, ਉਹਦੇ ਕੋਲੋਂ ਚਾਹੇ ਤੁਸੀਂ
20-50 ਫੋਟੋਆਂ ਵੱਧ ਖਿਚਵਾ ਲਓ ਚਾਹੇ ਘੱਟ ਖਿਚਵਾ ਲਓ। ਇਹ ਜ਼ਰੂਰ ਡਿਪੈਂਡ ਕਰਦਾ ਕਿ ਉਹਦਾ ਟਾਈਮ ਘੱਟ ਵੱਧ ਲੱਗ ਰਿਹਾ ਤਾਂ ਉਹਦੇ ਅਕੋਰਡਿੰਗ ਪੈਸੇ ਚੇਂਜ ਹੋ ਜਾਂਦੇ ਆ। ਪਰ ਜਿੱਦਾਂ ਹੁਣ ਕਈ ਲੋਕੀ ਇਹ ਸਿੱਧਾ ਐਕਸਪੈਕਟ ਕਰਦੇ ਆ ਵੀ ਬੰਦੇ ਘੱਟ ਗਏ ਪੈਸੇ ਘੱਟ ਚਾਹੀਦੇ ਆ, ਉੱਦਾਂ ਨਹੀਂ। ਕਈ ਲੋਕਾਂ ਨੇ ਇੱਦਾਂ, ਕਈ ਬੰਦਿਆਂ ਨੇ ਇੱਦਾਂ ਜ਼ਰੂਰ ਕੀਤਾ ਆ, ਪਰ ਉਹ ਜਿਨ੍ਹਾਂ ਕੋਲ ਕੰਮ-ਕੁਮ ਨਹੀਂ ਹੈਗਾ ਜਾਂ ਜਿਨ੍ਹਾਂ ਨੂੰ ਕੰਮ ਨਹੀਂ ਆਉਂਦਾ ਉਹਨਾਂ ਨੂੰ ਇੱਦਾਂ ਕਰਨਾ ਵਰਥ ਕਰਦਾ ਸੀ, ਅਤੇ ਜਿਹੜੇ ਚੰਗੇ ਟੈਲੈਂਟਡ ਬੰਦੇ ਆ ਉਹਨਾਂ ਨੇ ਇੱਦਾਂ ਪ੍ਰਾਈਜ਼ ਨਹੀਂ ਘਟਾਇਆ। ਤੇ ਤੁਸੀਂ ਕੀ ਲੱਗਾ ਵੀ ਜਿਹੜੇ ਲੋਕ ਇਹ ਕਰ ਰਹੇ ਸੀ ਵੈਡਿੰਗ ਸ਼ੂਟ ਇਸ ਵਾਰੀ, ਤੁਹਾਡੀ ਕੀ ਆਬਜ਼ਰਵੇਸ਼ਨ ਜਿਹਨਾਂ ਦੇ ਵਿਆਹ ਹੋ ਰਹੇ ਸੀਗੇ, ਮਤਲਬ ਇੰਜੋਏ ਕਰ ਰਹੇ ਸੀ ਛੋਟੀਆਂ ਵੈਡਿੰਗ ਨੂੰ ਜਾਂ ਵੱਡੀਆਂ ਚਾਹੁੰਦੇ ਸੀ, ਜਾਂ ਕੀ ਲੱਗਦਾ ਸੀ? ਕਈ ਲੋਕਾਂ ਦੇ ਮਨ ਵਿੱਚ ਇਹ ਚੀਜ਼ ਰਹਿ ਗਈ ਕਿ ਉਹ ਵੱਡਾ ਵਿਆਹ ਕਰਨਾ ਚਾਹੁੰਦੇ ਸੀ ਪਰ ਕਰ ਨਹੀਂ ਪਾਏ। ਪ੍ਰੋਬਲਮ ਇੱਕੋ ਹੀ ਆਈ ਆ, ਬਸ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਪੈਂਦੀ ਸੀ, ਮਾਸਕ ਪਾ ਕੇ ਰੱਖਣੇ ਪੈਂਦੇ ਸੀ, ਜੋ ਕਿ ਆਪਣੇ ਗੌਰਮੈਂਟ ਦੀਆਂ ਗਾਈਡਲਾਈਨਸ ਸੀਗੀਆਂ, ਜੋ ਚਾਹੀਦੀਆਂ ਵੀ ਸੀ, ਫੋਲੋ ਕਰਨੀਆਂ ਵੀ ਚਾਹੀਦੀਆਂ ਸੀ, ਕਿਉਂਕਿ ਹੁਣ ਇਹ ਪ੍ਰੋਬਲਮ ਵੱਧਦੀ ਪਈ ਆ, ਸੋ ਆਪਾਂ ਨੂੰ ਫੋਲੋ ਵੀ ਕਰਨੀਆਂ ਚਾਹੀਦੀਆਂ ਸੀ। ਬਸ ਉਹ ਚੀਜ਼ ਹੈ ਕਿ ਲੋਕਾਂ ਦੀ ਥੋੜ੍ਹੀ ਲਿਮਿਟੇਸ਼ਨ ਰਹੀ ਆ। ਹੁਣ ਡਾਂਸ ਦੇ ਲਈ ਵੀ ਜਿੱਦਾਂ ਲੋਕੀ ਮੋਸਟਲੀ ਇੰਜੋਏ ਕਰਦੇ ਆ ਡਾਂਸ ਡੂਸ ਕਰਕੇ, ਨੱਚ ਕੇ, ਹੈ ਨਾ। ਅਤੇ ਆਪਣੇ ਇੱਥੇ ਰਿਸਟ੍ਰਿਕਸ਼ਨ ਸੀਗੀ ਕਿ 10 ਵਜੇ ਤੋਂ ਬਾਅਦ ਡੀਜੇ ਚੱਲ ਹੀ ਨਹੀਂ ਸਕਦਾ, ਆਵਾਜ਼ ਉੱਚੀ ਨਹੀਂ ਕਰ ਸਕਦੇ। ਸੋ ਉਹ ਚੀਜ਼ਾਂ, ਕੁਛ ਚੀਜ਼ਾਂ ਮਿਸ ਹੋਈਆਂ, ਲੋਕਾਂ ਨੇ ਉਹ ਚੀਜ਼ਾਂ ਨੂੰ ਮਿਸ ਕੀਤਾ, ਪਰ ਫਿਰ ਵੀ ਚਲੋ ਠੀਕ ਰਿਹਾ। ਹੁਣ ਸਾਰਾ ਕੁਝ ਰੱਬ ਕਰੇ ਜਲਦੀ ਜਲਦੀ ਠੀਕ ਹੋ ਜਾਵੇ। ਸੋ ਦੋਸਤੋ, ਵੈਡਿੰਗ ਇੰਡਸਟਰੀ ਸਾਰੀ ਡਿਪੈਂਡ ਕਰਦੀ ਆ ਬੈਂਕਟ ਹਾਲਸ ਦੇ ਉੱਤੇ। ਜਦੋਂ ਦੇ ਬੈਂਕਟ ਹਾਲ ਬੰਦ ਹੋ ਗਏ ਉਹਦੇ ਤੋਂ ਬਾਅਦ ਬਾਕੀ ਜਿਹੜੇ ਨਾਲ ਇਹਦੇ ਨਾਲ ਰਿਲੇਟਡ ਬਿਜ਼ਨਸ ਸੀਗੇ, ਚਾਹੇ ਉਹ ਮੇਕਅਪ ਆਰਟਿਸਟ ਸੀ, ਚਾਹੇ ਡੀਜੇ ਸੀ, ਜਾਂ ਡੈਕੋਰੇਸ਼ਨ ਵਾਲੇ ਸੀ, ਜਾਂ ਜਿਹੜੇ ਵੀਡੀਓਗ੍ਰਾਫਰ ਸੀ, ਉਹ ਸਾਰੇ ਕਿਤੇ ਨਾ ਕਿਤੇ ਉਹਨਾਂ ਦਾ ਕੰਮ ਜਾਂ ਤਾਂ ਬੰਦ ਹੋ ਗਿਆ ਜਾਂ ਘਟ ਗਿਆ। ਸੋ ਹਾਲ, ਜਿਹੜੇ ਬੈਂਕਟ ਹਾਲ ਸੀ, ਇਹ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਵੀ ਬਹੁਤ ਵੱਡਾ ਮੁੱਦਾ ਬਣਿਆ ਸੀ। ਬੈਂਕਟ ਹਾਲ ਵਾਲਿਆਂ ਦਾ ਇਤਰਾਜ਼ ਵੀ ਸੀ ਕਿ ਸਾਨੂੰ ਜਾਣਬੁੱਝ ਕੇ ਬੰਦ ਕੀਤਾ ਗਿਆ। ਜਾਣਬੁੱਝ ਕੇ ਦਾ ਮਤਲਬ ਵੀ ਬਾਕੀ ਜਿਹੜੀਆਂ ਚੀਜ਼ਾਂ ਰੈਸਟੋਰੈਂਟਸ ਨੇ ਉਹਨਾਂ ਨੂੰ ਖੋਲ੍ਹਿਆ ਗਿਆ। ਬਹੁਤ ਸਾਰੇ ਉਹਨਾਂ ਨੇ ਸਵਾਲ ਵੀ ਚੱਕੇ, ਪ੍ਰੈਸ ਕਾਨਫਰੰਸਿਸ ਵੀ ਹੋਈਆਂ। ਸੋ ਵੈਡਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਬੈਂਕਟ ਹਾਲਸ ਦਾ ਸੀ, ਅਤੇ ਉਹ ਜਿਹੜੇ ਕਿ ਇਸ ਵੇਲੇ ਬੰਦ ਪਏ ਆ, ਜਿਨ੍ਹਾਂ ਦੇ ਖੁੱਲ੍ਹਣ ਦੀ ਆਸ ਅਜੇ ਨਹੀਂ ਲੱਗਦੀ। ਜੇ ਇਹ ਖੁੱਲ੍ਹ ਜਾਂਦੇ ਆ, ਥੋੜ੍ਹੀ ਕਪੈਸਿਟੀ ਨਾਲ ਖੁੱਲ੍ਹ ਜਾਂਦੇ ਆ, ਉਹਨਾਂ ਨੇ ਬਹੁਤ ਸਾਰੀਆਂ ਆਪਸ਼ਨਸ ਦਿੱਤੀਆਂ ਸੀ ਕਿ ਥੋੜ੍ਹੇ ਡਿਸਟੈਂਸ ਨਾਲ ਅਸੀਂ ਟੇਬਲ ਲਾ ਲਾਂਗੇ, ਜਾਂ ਉੱਥੇ ਸ਼ੀਲਡਸ ਲੱਗ ਸਕਦੀਆਂ, ਜਾਂ ਕੁਛ ਹੋਰ ਤਰੀਕਾ ਹੋ ਸਕਦਾ, ਪਰ ਲੱਗਦਾ ਕਿ ਅਜੇ ਇਹ ਹਾਲਸ ਜਿਹੜੇ ਆ ਉਹ ਨਹੀਂ ਖੁੱਲ੍ਹਣੇ। ਸੋ ਆਰੀਆ ਬੈਂਕਟ ਹਾਲ ਤੋਂ ਮਹਿੰਦਰਪਾਲ ਸਿੰਘ ਵਿਰਕ ਹੋਣਾ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕੀ ਲੱਗਦਾ ਜੀ, ਜਿਹੜਾ ਫੈਸਲਾ ਸੀ ਇਹ ਕਿੱਦਾਂ ਦਾ ਸੀ, ਅਤੇ ਹੁਣ ਕਦੋਂ ਆਸ ਲੱਗਦੀ ਹੈ ਵੀ ਹਾਲ ਖੁੱਲ੍ਹਣਗੇ? ਭਾਜੀ ਹਜੇ ਤਾਂ ਕੋਈ ਆਸ ਨਹੀਂ ਲੱਗ ਰਹੀ ਜੀ। ਜਿਸ ਹਿਸਾਬ ਨਾਲ BC ਗਵਰਨਮੈਂਟ ਨੇ ਆਪਣੇ ਰੂਲਸ ਬਣਾਏ ਆ, ਦੇਖਦੇ ਆ ਹਜੇ ਵੈਕਸੀਨ ਕਿੰਨੀ ਫਾਸਟ ਲਾਉਂਦੇ ਆ ਇਹ। ਅਤੇ ਜੇ ਇਹਨਾਂ ਦਾ ਜਿਸ ਟੀਚੇ ਦੇ ਹਿਸਾਬ ਦੇ ਨਾਲ ਇਹਨਾਂ ਨੇ ਆਪਣਾ ਟਾਰਗੇਟ ਕੀਤਾ, ਜੇ ਉਸ ਟੀਚੇ ਨੂੰ ਇਹ ਮਾਰਚ ਤਾਈਂ ਵੀ ਰੀਚ ਕਰ ਜਾਂਦੇ ਆ, ਜਿੰਨੇ ਵੈਕਸੀਨ ਇਹਨਾਂ ਨੂੰ ਫੈਡਰਲ ਤੋਂ ਸਪਲਾਈ ਹੋ ਰਹੇ ਆ, ਮੇਰਾ ਖਿਆਲ ਆ ਵੀ ਉਹਦੇ ਨਾਲੋਂ ਇਹ ਕਾਫੀ ਸਲੋ ਚੱਲ ਰਹੇ ਆ। ਅਤੇ ਜੇ ਇਸ ਹਿਸਾਬ ਨਾਲ ਸਲੋ ਚੱਲੇ, ਮੇਰਾ ਖਿਆਲ ਉਹ ਟੀਚਾ ਵੀ ਨਹੀਂ ਪੂਰਾ ਕਰ ਸਕਦੇ। ਅਤੇ ਜੇ ਉਹ ਟੀਚਾ ਨਹੀਂ ਪੂਰਾ ਹੁੰਦਾ ਤਾਂ ਉਹਦੇ ਨਾਲ ਲੱਗਦਾ ਵੀ ਸਾਡੇ ਹਜੇ ਮਾਰਚ ਅਪ੍ਰੈਲ ਤਾਈਂ ਖੋਲ੍ਹੂਗੇ ਨਹੀਂ। ਅਤੇ ਜਿਹੜੀਆਂ ਬੁਕਿੰਗ ਸੀ ਉਹਨਾਂ ਦਾ ਕੀ ਬਣਿਆ, ਜਾਂ ਜਿਹੜੀਆਂ ਅੱਗੇ ਹੋਈਆਂ ਸੀ ਇਸ ਸਾਲ, ਕੀ ਸੀਨ ਕੀ ਹੈ ਜੀ? ਬੁਕਿੰਗ ਜੀ ਸਾਨੂੰ ਕਾਲ ਆ ਰਹੀਆਂ ਦੁਆਰਾ ਸਾਰੇ ਜਣੇ ਪੁੱਛਦੇ ਆ ਵੀ ਕੀ ਬਣੂਗਾ। ਹੁਣ ਵੀ ਇਸ ਸਾਲ ਦੀਆਂ, ਪਹਿਲਾਂ ਤਾਂ ਪਿਛਲੇ ਸਾਲ ਦੀਆਂ ਸੀਗੀਆਂ, ਉਹ ਸਾਰਿਆਂ ਨੇ, ਕਈਆਂ ਨੇ ਬੁਕਿੰਗ ਚੇਂਜ ਕੀਤੀਆਂ, ਕਈਆਂ ਨੇ ਫਿਰ ਛੋਟੇ ਹੀ ਆਪਣੇ ਫੰਕਸ਼ਨ ਕਰਕੇ, ਜਿੱਦਾਂ ਪਿੱਛੇ ਜਿਹੇ ਘਰਾਂ 'ਚ ਕਰਦੇ ਰਹੇ ਲੋਕੀ, ਜਿਹਦੇ ਨਾਲ ਥੋੜ੍ਹਾ ਜਿਹਾ ਵੀ ਆਪਣੇ ਰੈਪੂਟੇਸ਼ਨ ਸਾਰਿਆਂ ਦੀ ਬੈਡ ਵੀ ਹੋਈ ਆ, ਵੀ ਜਿਹੜੇ ਕਿ ਹਾਲ ਦੇ ਵਿੱਚ ਹਜੇ ਪੂਰੇ ਪ੍ਰੋਪਰ ਵੇਸ ਹੋ ਸਕਦਾ ਸੀਗਾ, ਅਤੇ ਉਹ BC ਗਵਰਨਮੈਂਟ ਨੇ ਬੰਦ ਕਰ ਦਿੱਤਾ। ਉਹਦੇ ਨਾਲ ਫਿਰ ਲੋਕਾਂ ਨੇ ਘਰਾਂ 'ਚ ਫੰਕਸ਼ਨ ਕੀਤੇ, ਉਹਦੇ ਨਾਲ ਥੋੜ੍ਹਾ ਜਿਹਾ ਆਪਣੀ ਕਮਿਊਨਿਟੀ ਦਾ ਅਕਸ ਵੀ ਥੋੜ੍ਹਾ ਜਿਹਾ ਬੈਡ ਹੋਇਆ ਜੀ। ਅਤੇ ਬਾਕੀ ਜਿਹੜੇ ਲੋਕਾਂ ਨੇ, ਸਾਰਿਆਂ ਨੇ ਹੁਣ ਸਾਲ ਫੰਕਸ਼ਨ ਅੱਗੇ ਪਾ ਦਿੱਤੇ। ਅਸੀਂ ਵੀ ਉਹਨਾਂ ਦੀਆਂ ਡੇਟਾਂ ਐਡਜਸਟ ਕਰਨ ਦੀ ਟਰਾਈ ਕਰਦੇ ਪਏ ਹਾਂ, ਪਰ ਪਿੱਛੇ ਡੇਟਾਂ ਹੋਰ ਵੀ ਜਿਹੜੀਆਂ ਬੁੱਕ ਹੋ ਰਹੀਆਂ ਆ। ਹੁਣ ਸਾਰੇ ਜਣੇ ਵੇਟ ਹੀ ਕਰਦੇ ਆ ਵੀ ਕਦੋਂ ਓਪਨਿੰਗ ਹੁੰਦੀ ਆ, ਅਤੇ ਉਸ ਹਿਸਾਬ ਨਾਲ ਚੱਲਾਂਗੇ ਜੀ। ਇਸ ਸਾਲ ਕਿਹੜੇ ਮਹੀਨੇ ਦੀਆਂ ਮਤਲਬ ਲੋਕ ਆਸ ਲਾ ਕੇ ਬੈਠੇ, ਉਹਨਾਂ ਨੇ ਡੇਟਾ ਅੱਗੇ ਪਿੱਛੇ ਨਹੀਂ ਕੀਤੀਆਂ, ਵਿਆਹ ਹੋ ਜਾਣਗੇ ਅਗਸਤ, ਸਤੰਬਰ, ਜਾਂ ਕਿਹੜੇ ਲੱਗਦਾ ਵੀ ਤੁਹਾਨੂੰ ਹਜੇ ਤੱਕ ਆਸ ਹੈਗੀ ਆ ਵੀ ਇਹ ਵਿਆਹ ਜਿਹੜੇ ਬੁੱਕ ਹੋਏ ਆ ਇਹ ਠੀਕ ਠਾਕ ਹੋ ਜਾਣਗੇ? ਭਾਈ ਹੁਣ ਮੋਸਟਲੀ ਜਿੱਦਾਂ ਸਾਡੇ ਕੋਲ ਵੀ ਇਹੀ ਆਨਸਰ ਹੁੰਦਾ ਜਦੋਂ ਦੀ ਵੈਕਸੀਨ ਦਸੰਬਰ ਦੀ ਆਈ ਆ, ਜਿੰਨਿਆਂ ਦੇ ਫੋਨ ਆਉਂਦੇ ਆ, ਅਸੀਂ ਵੀ ਉਹਨਾਂ ਨੂੰ ਮਾਰਚ ਅਪ੍ਰੈਲ ਹੀ ਕਹਿ ਰਹੇ ਹਾਂ, ਅਤੇ ਲੋਕੀ ਵੀ ਇਸ ਹਿਸਾਬ ਨਾਲ ਸੋਚ ਰਹੇ ਆ ਵੀ ਸ਼ਾਇਦ ਉਦੋਂ ਤੋਂ ਹੀ ਸਾਡੇ ਇਹ ਓਪਨ ਹੋ ਜਾਊਗੇ। ਅਤੇ ਉਹ ਵੀ ਇਹੀ ਬਾਰ ਪੁੱਛਦੇ ਆ ਵੀ ਉਦੋਂ ਤੋਂ ਹੀ ਹੋ ਜਾਊਗੇ ਯਾਰ, ਅਸੀਂ ਡੇਟ ਨਾ ਚੇਂਜ ਕਰੀਏ। ਅਸੀਂ ਵੀ ਇਹ ਕਹਿ ਰਹੇ ਹਾਂ, ਸਾਨੂੰ ਵੀ ਇਹੀ ਹੁੰਦਾ ਵੀ ਨਾ ਚੇਂਜ ਹੋਣ ਤਾਂ ਚੰਗੀ ਗੱਲ ਆ। ਅਤੇ ਹੁਣ ਪ੍ਰੋਪਰ ਆਨਸਰ ਤਾਂ ਅਸੀਂ ਵੀ ਨਹੀਂ ਦੇ ਸਕਦੇ, ਪਰ ਦੱਸੇ ਸਕਦੇ ਹਾਂ ਵੀ ਆਸ ਕੀਤੀ ਜਾ ਸਕਦੀ ਆ ਵੀ ਮਾਰਚ ਅਪ੍ਰੈਲ ਤਾਈਂ ਓਪਨਿੰਗ ਹੋ ਜਾਊਗੀ।
ਤੁਹਾਡਾ ਰੌਲਾ ਗੋਲਾ ਜਿਹਾ ਵੀ ਕਾਫੀ ਪਿਆ ਸੀ ਹਾਲਾ ਵਾਲਿਆਂ ਦਾ ਵੀ ਸਰਕਾਰ ਨੇ ਬੰਦ ਕਰ ਦਿੱਤੀ, ਤੁਹਾਡਾ ਇਤਰਾਜ਼ ਸੀ, ਤੁਸੀਂ ਮੀਡੀਆ ਕਾਨਫਰੰਸ ਵੀ ਉੱਥੇ ਕੀਤੀ ਸੀਗੀ, ਉਹਦਾ ਕੁਝ ਬਣਿਆ ਸਰਕਾਰ ਦੇ ਨਾਲ ਗੱਲਬਾਤ ਦਾ? ਹਾਂ ਨਹੀਂ ਭਾਜੀ, ਉਦੋਂ ਟਰਾਈ ਕਰਦੇ ਰਹੇ ਹਾਂ ਵੀ ਤੁਸੀਂ ਥੋੜ੍ਹਾ ਜਿਹਾ ਫੇਰ ਚੱਲੋ। ਤੁਹਾਨੂੰ ਵੀ ਜਿੱਦਾਂ ਪਤਾ ਉਸ ਵੇਲੇ ਆਪਣੇ ਸਿਰਫ ਇੱਕ ਸਟੈਂਡ ਅਲੋਨ ਬੈਂਕਟ ਬੰਦ ਕੀਤੇ ਗਏ ਸੀ, ਜਿਹੜੇ ਵੱਡੇ ਹੋਟਲਸ ਵਗੈਰਾ ਹੋਰਾਂ ਦੇ ਸੀ। ਇਹਦੇ ਤੋਂ ਇੱਕੋ ਚੀਜ਼ ਮੈਂ ਕਹਿ ਸਕਦਾ ਮੈਂ ਆਪਣੇ ਤੌਰ ਦੇ ਉੱਤੇ ਵੀ ਸਾਰਿਆਂ ਦੀ ਆਪੋ ਆਪਣੀ ਸੋਚ ਹੁੰਦੀ ਆ ਵੀ ਉਦੋਂ ਇੱਕ ਡਿਸਕ੍ਰਿਮੀਨੇਸ਼ਨ ਵਰਡ ਮੈਂ ਯੂਜ਼ ਕਰ ਸਕਦਾ ਵੀ ਉਹ ਕੀਤਾ ਗਿਆ ਸੀ ਵੀ ਇੱਕ ਮੇਨ ਸਟਰੀਮ ਨੂੰ ਦਿਖਾਲਣ ਨੂੰ ਵੀ ਇੱਕ ਅਸੀਂ ਕੁਛ ਨਾ ਕੁਛ BC ਗਵਰਨਮੈਂਟ ਕਰਦੀ ਆ। NDP ਨੇ ਚੋਣ ਵੀ ਇਸੇ ਦੇ ਉੱਤੇ ਲੜੀ ਸੀਗੀ ਅਤੇ ਉਹਦੇ ਕਾਰਨ ਤੁਸੀਂ ਦੇਖ ਲਓ ਵੀ ਅਸੀਂ ਉਦੋਂ ਦੇ ਉਦੋਂ ਪਹਿਲਾਂ ਦੇ ਬੰਦ ਕੀਤੇ ਹੋ। ਪਰ ਜੇ ਹੁਣ ਵੀ ਤੁਸੀਂ ਬਾਅਦ 'ਚੋਂ ਵੀ ਦੇਖ ਰਹੇ ਹੋ ਜਿੰਨੇ ਰੈਸਟੋਰੈਂਟ ਆ ਟੌਪ ਦੇ ਆਪਣੇ ਵੈਸਟਰਨ ਫੂਡ ਦੇ ਆ ਜਾਂ ਕੋਈ ਵੀ ਆ, ਉੱਥੇ ਤੁਸੀਂ ਜਾ ਕੇ ਦੇਖ ਲਓ ਪੂਰੇ ਫੁੱਲ ਆ। ਜੇ ਤੁਸੀਂ ਕਹੋ ਨਿਊ ਈਅਰ ਦੇ ਉੱਤੇ ਵੀ ਮੈਂ ਚਲੋ ਇੱਥੇ ਮੈਨੂੰ ਕਈ ਵਾਰ ਬਾਹਰ ਜਾਣ ਦਾ ਮੌਕਾ ਵੀ ਮਿਲ ਜਾਂਦਾ, ਜਦੋਂ ਤੁਸੀਂ ਦੇਖਦੇ ਆ ਰੋਡ ਵਗੈਰਾ 'ਤੇ ਵੀ ਲੋਕੀ ਵੀ ਘਰਾਂ ਦੇ ਵਿੱਚ ਇੱਕ ਕਿਸਮ ਦੇ ਅੱਕੇ ਪਏ ਆ ਵੀ ਕਿੰਨਾ ਕੁ ਚਿਰ ਅਸੀਂ ਅੰਦਰ ਬੈਠੇ ਰਵਾਂਗੇ। ਉਹ ਵੀ ਮੈਂ ਇੱਕ ਦਿਨ ਮੇਰਾ ਮੂਡ ਬਣਿਆ ਵੀ ਇੱਥੇ ਸਾਡੇ ਫਰੈਂਡਾਂ ਦੇ ਨਾਲ ਹੀ ਅਸੀਂ ਸਾਈਪਰਸ 'ਤੇ ਚੱਲ ਗਏ ਸਨੋ ਸ਼ੂ ਕਰਨ 'ਤੇ। ਉੱਥੇ ਮੈਂ ਦੇਖ ਰਿਹਾ ਸੀ ਵੀ ਲੋਕੀ ਇੰਨੇ ਸੀਗੇ ਵੀ ਪਾਰਕਿੰਗ ਨਹੀਂ ਸਾਨੂੰ ਮਿਲ ਰਹੀ ਸੀਗੀ ਅਤੇ ਉਹ ਤੋਂ ਤੁਸੀਂ ਆਈਡੀਆ ਲਾ ਰਹੇ। ਫਿਰ ਉਦੋਂ ਬਾਅਦ ਅਸੀਂ ਇੱਕ ਰੈਸਟੋਰੈਂਟ ਦੇ ਵਿੱਚ ਚਲੋ ਕੋਈ ਖਾਣ ਚੱਲ ਜਾਂਦੇ ਹਾਂ, ਉੱਥੇ ਸਟਰੀਟ ਦੇ ਉੱਤੇ ਪਾਰਕਿੰਗ ਨਹੀਂ ਮਿਲ ਰਹੀ ਸੀਗੀ ਵੀ ਟ੍ਰੈਫਿਕ ਸੀਗਾ। 15 ਮਿੰਟ ਸਾਨੂੰ ਪਾਰਕਿੰਗ ਲੱਭਣ ਨੂੰ ਮੋਸਟਲੀ ਲੱਗ ਗਏ ਅਤੇ ਜਦੋਂ ਅੰਦਰ ਵੀ ਗਏ ਆ ਤਾਂ ਉੱਥੇ ਕੋਈ ਇੱਦਾਂ ਨਹੀਂ ਸੀ 6 ਫੁੱਟ ਦਾ ਤੁਹਾਡਾ ਡਿਸਟੈਂਸ। ਉੱਥੇ ਰੈਸਟੋਰੈਂਟ ਵਾਲਿਆਂ ਨੇ ਵੀ ਹਰੇਕ ਟੇਬਲ ਦੇ ਨਾਲ ਟੇਬਲ ਸ਼ੀਲਡ ਜ਼ਰੂਰ ਲਾ ਦਿੱਤੀਆਂ। ਜੇ ਇਹੀ ਚੀਜ਼ਾਂ ਸਾਨੂੰ ਅਸੀਂ ਇਹਨਾਂ ਨੂੰ BC ਗਵਰਨਮੈਂਟ ਨੂੰ ਕਹਿ ਰਹੇ ਸੀ ਤੁਸੀਂ ਸਾਨੂੰ ਰੂਲ ਦਿਓ ਕੋਈ ਵੀ, ਅਸੀਂ ਉਹਨਾਂ ਨੂੰ ਫੋਲੋ ਕਰਾਂਗੇ, ਕੋਈ ਗਾਈਡਲਾਈਨਸ ਹੈਗੀਆਂ ਆ ਵੀ ਸਾਡੇ ਕੋਲ ਤਾਂ ਇਦੋਂ ਬਿਗ ਫੈਸਿਲਿਟੀਜ਼ ਆ ਜਿਨ੍ਹਾਂ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ ਪ੍ਰੋਪਰਲੀ। ਪਰ ਇਹ ਮੰਨੇ ਨਹੀਂ ਵੀ ਇੱਥੋਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਪਰ ਹੁਣ ਤੁਸੀਂ ਕਈ ਰੈਸਟੋਰੈਂਟਾਂ 'ਚ ਤੁਸੀਂ ਆਪ ਵੀ ਜਾਂਦੇ ਰਹਿੰਦੇ ਆ, ਤੁਹਾਨੂੰ ਵੀ ਜ਼ਿਆਦਾ ਪਤਾ ਵੀ ਉੱਥੇ ਕਿਸ ਹਿਸਾਬ ਦੇ ਨਾਲ ਸੀਟਿੰਗ ਆ, ਪਰ ਉਹ ਫੁੱਲ ਆ ਵੀ ਅਨਫੇਅਰ ਕਿਤੇ ਨਾ ਕਿਤੇ ਤਾਂ ਚੱਲ ਰਿਹਾ ਨਾ ਸਿਸਟਮ, ਜਿਹਨੂੰ ਕਿ ਇਹਨਾਂ ਨੂੰ ਵੀ ਕਈ ਵਾਰ ਮੈਂ ਇਹੀ ਕਹਿ ਸਕਦਾ ਇਹਨਾਂ ਨੂੰ ਵੀ ਕਈ ਵਾਰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਰ ਕੀ ਰਹੇ ਹਾਂ। ਤੇ ਜਿਹੜਾ ਤੁਹਾਡੇ ਨਾਲ ਰਿਲੇਟਡ ਬਹੁਤ ਸਾਰੇ ਲੋਕ ਆ ਡੈਕੋਰੇਸ਼ਨ ਵਾਲੇ ਜਾਂ ਤੁਹਾਡੇ ਜਿਹੜੇ ਖਾਣਾ ਬਣਾਉਣ ਵਾਲੇ ਆ, ਉਹ ਸਾਰੇ ਉਹਨਾਂ ਦਾ ਫਿਰ ਕੀ ਕੀਤਾ? ਭਾਈ ਜਿੰਨੇ ਵੀ ਆ ਦੇਖ ਲਓ ਤੁਸੀਂ, ਜਿੱਦਾਂ ਹੁਣ ਤੁਸੀਂ ਸਟਾਰਟਿੰਗ 'ਚ ਵੀ ਗੱਲ ਕੀਤੀ ਡੈਕੋਰੇਸ਼ਨ ਲਾ ਲਓ, ਵੀਡੀਓਗ੍ਰਾਫੀ ਲਾ ਲਓ, ਫੋਟੋਗ੍ਰਾਫਰ ਲਾ ਲਓ, ਵੀ DJ ਵੀ ਲਾ ਲਓ ਸਾਰੇ ਹੀ। ਅਤੇ ਉਹ ਸਾਰੇ ਹੀ ਇਸ ਵੇਲੇ ਇਹੀ ਵੇਟ ਕਰਦੇ ਆ ਵੀ ਕਿਤੇ ਕੰਮ ਸ਼ੁਰੂ ਹੋਵੇ। ਉਹ ਇੱਕ ਕਿਸਮ ਦਾ ਸਰਵਾਈਵ ਹੀ ਕਰ ਰਹੇ ਆ ਵੀ ਕਦੋਂ ਸ਼ੁਰੂ ਹੋਊਗਾ। ਇਸ ਕਿਸਮ ਦੇ ਨਾਲ ਤਾਂ ਹੁਣ ਜਿਸ ਹਿਸਾਬ ਨਾਲ ਇਹਨਾਂ ਨੇ ਇੰਨਾ ਟਾਈਟ ਕੀਤਾ ਹੈ ਸਾਰੇ, ਚਲੋ ਆਪੋ ਆਪਣੇ ਹਿਸਾਬ ਨਾਲ ਸੋਚਦੇ ਆ ਸਾਰੇ ਜਣੇ। ਪਰ ਜਿਹੜੀ ਮੇਨ ਲਾ ਲਓ ਵੀ ਰਿਟੇਲ ਬਿਜ਼ਨਸ ਆ, ਮੋਸਟਲੀ ਛੋਟੇ ਜਿਹੜੇ ਬਿਜ਼ਨਸ ਆ ਉਹ ਫਿਨਿਸ਼ ਹੋ ਰਹੇ ਆ, ਅਤੇ ਜਿਹੜੇ ਵੱਡੇ ਆ ਉਹ ਤੁਸੀਂ ਦੇਖਿਆ ਹੋਣਾ ਵੀ ਸਾਰੇ ਗਰੋ ਕਰ ਰਹੇ ਆ। ਇਸ ਵੇਲੇ ਜੇ ਵਰਲਡ ਦੇ ਵਿੱਚ ਵੀ ਲਾਇਓ ਜਿਹੜੇ ਵੱਡੇ ਪਲੇਅਰ ਸੀ ਉਹਨਾਂ ਨੇ ਕਰੋਨਾ ਦੇ ਵਿੱਚ ਵੀ ਪੈਸਾ ਬਣਾਇਆ, ਜਿਹੜੇ ਥੱਲੇ ਬੈਠੇ ਸੀਗੇ ਉਹ ਬਿਜ਼ਨਸ ਤੋਂ ਬਾਹਰ ਜਾਣ ਦੀ ਉਹਨਾਂ ਦੀ ਤਿਆਰੀ ਹੋਈ ਬੈਠੀ ਆ ਵੀ ਅਫੋਰਡ ਕਿੱਦਾਂ ਕਰੂਗੇ। ਤੇ ਤੁਹਾਡਾ ਕਿੱਦਾਂ ਚੱਲਦਾ ਪੇਮੈਂਟਾਂ ਹਾਲ ਦੀਆਂ ਜਾਂ ਦੂਜਾ, ਜਾਂ ਇਹਦਾ ਕੋਈ ਫਰਕ ਪਿਆ ਵੀ ਜਿਹਨਾਂ ਦੇ ਜਿਹੜੇ ਆਪਣੇ ਸੀਗੇ ਕਿਸੇ ਨੇ ਲੀਜ਼ ਕੀਤਾ ਕਿਸੇ ਨੇ ਕੁਛ ਕੀਤਾ? ਹਾਂਜੀ ਭਾਜੀ, ਪੇਮੈਂਟ ਹੁਣ ਆਪਣੇ ਇਹੀ ਕਹਿ ਸਕਦੇ ਜਦੋਂ ਅਸੀਂ ਪਹਿਲਾਂ ਤਾਂ ਹੁਣ ਸਾਡੇ ਵੀ ਜਿਹੜੇ ਵਰਕਰ ਕੰਮ ਕਰਦੇ ਜਿਹੜੇ ਸਾਡੇ ਕੁੱਕ ਆ ਸਟੱਡੀ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਛੱਡ ਤਾਂ ਨਹੀਂ ਸਕਦੇ। ਸਾਨੂੰ ਇਹੀ ਆਸ ਤੇ ਆ ਵੀ ਜੇ ਕੱਲ੍ਹ ਨੂੰ ਓਪਨ ਹੋ ਗਿਆ ਤਾਂ ਸਾਡੇ ਕੋਲ ਜੇ ਕੁੱਕ ਨਹੀਂ ਹੋਏ ਤਾਂ ਫੂਡ ਕੌਣ ਬਣਾਊਗਾ। ਜੇ ਬਾਕੀ ਦੇ ਜਿਹੜੇ ਸਾਰੇ ਖਰਚੇ ਆ ਹੁਣ ਭਾਵੇਂ ਆਪਣੇ ਬਿਜਲੀ ਦੇ ਲਾ ਲਓ, ਕੋਈ ਗੈਸ ਦੇ ਬਿੱਲ ਲਾ ਲਓ, ਸਾਰੇ ਹੀ ਉਹ ਤਾਂ ਆ ਹੀ ਜਾਂਦੇ ਆ, ਉਹ ਪੇ ਕਰਨੇ ਪੈਣੇ ਆ। ਹੁਣ ਫੈਡਰਲ ਲੈਵਲ ਤੋਂ ਜਿਹੜੀ ਹੈਲਪ ਦੀ ਆਪਣੇ ਇਹਨਾਂ ਨੇ ਅਕਤੂਬਰ ਤੋਂ ਕੀਤੀ ਆ ਉਹ ਅਪਲਾਈ ਕੀਤਾ ਆ, ਅਤੇ ਉਹਦੇ ਦੇਖੀਏ ਵੀ ਗਵਰਨਮੈਂਟ ਸਾਡੀ ਕੀ ਹੈਲਪ ਕਰਦੀ ਆ। BC ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ ਨਹੀਂ ਸੀਗਾ ਵੀ ਜਿਹਦੇ 'ਚ ਸਾਨੂੰ ਕੋਈ ਰੈਂਟ ਬੇਸਿਸ ਜਾਂ ਟੈਕਸ ਦੇ ਉੱਤੇ ਕੋਈ ਵੀ ਛੋਟ ਦਿੱਤੀਆਂ ਜਾਣ, ਉਹ ਨਹੀਂ ਕੁਛ ਵੀ ਹੋਇਆ ਜੀ। ਤੇ ਹੁਣ ਜਿਹੜੇ ਲੋਕ ਵਿਆਹ ਇਸ ਸਾਲ ਪਲਾਨ ਕਰਕੇ ਬੈਠੇ ਆ, ਕੋਈ ਆਈਡੀਆ, ਕੋਈ ਉਹਨਾਂ ਨੂੰ ਸਲਾਹ ਜਾਂ ਤੁਹਾਡੇ ਕੋਲ ਕੋਈ ਉਹਨਾਂ ਤੋਂ ਜ਼ਿਆਦਾ ਇਨਫੋਰਮੇਸ਼ਨ ਵੀ ਕੀ ਕਰੋ, ਵੇਟ ਕਰ ਲਓ ਅਗਲੇ ਸਾਲ ਕਰ ਲਓ ਜਾਂ ਕੀ ਕਰਨ? ਭਾਜੀ ਮੈਂ ਤਾਂ ਇਹੀ ਕਹਿ ਸਕਦਾ ਵੀ ਸੋ ਫਾਰ ਤਾਂ ਭਈ ਸਾਨੂੰ ਵੀ ਕੁਛ ਇੱਦਾਂ ਨਹੀਂ ਪਤਾ ਵੀ ਕੱਲ੍ਹ ਨੂੰ ਓਪਨਿੰਗ ਹੋ ਜਾਊ। ਹੁਣ ਇੰਗਲੈਂਡ 'ਚ ਦੇਖ ਲਓ ਕਹਿੰਦੇ ਵੀ ਡਿਫਰੈਂਟ ਵਾਇਰਸ ਆ ਗਿਆ, ਅਫਰੀਕਾ 'ਚੋਂ ਲਾ ਲਓ, ਉਹ ਪਤਾ ਨਹੀਂ ਮੈਨੂੰ ਲੱਗਦਾ ਵੀ ਡਰਾਉਂਦੇ ਆ ਕੀ ਹੈਗਾ ਆ ਭਈ ਇਹਦੇ 'ਚ ਸਾਰਿਆਂ ਦੀ ਆਪੋ ਆਪਣੀ, ਆਪਾਂ ਇੱਕ ਦੂਜੇ ਨੂੰ ਕਹਿ ਤਾਂ ਨਹੀਂ ਸਕਦੇ। ਹੁਣ ਮੈਨੂੰ ਨਹੀਂ ਹੋਇਆ ਤਾਂ ਮੈਂ ਕਹਿੰਦਾ ਵੀ ਸਭ ਕੁਛ ਠੀਕ ਹੀ ਆ, ਕਿਸੇ ਨੂੰ ਹੋਇਆ ਉਹਨੇ ਕਹਿਣਾ ਵੀ ਬੈਡ ਆ।
ਵੀ ਪਰ ਫਿਰ ਵੀ ਸਾਰੇ ਜਣੇ ਇhtiyਾਤ ਰੱਖੋ। ਬਾਕੀ ਜਿਹੜੀ ਹੈਗੀ ਆ ਵੀ ਮੇਰਾ ਖਿਆਲ ਆ ਵੀ ਆਪਣੇ ਮਾਰਚ ਅਪ੍ਰੈਲ ਤੋਂ ਓਪਨਿੰਗ ਹੋ ਜਾਊਗੀ। ਵੈਡਿੰਗ ਇੰਡਸਟਰੀ ਦੇ ਵਿੱਚ ਡੀਜੇ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ। ਡੀਜੇ ਤੋਂ ਬਿਨਾਂ ਕੋਈ ਵੀ ਪਾਰਟੀ, ਕੋਈ ਵੀ ਵਿਆਹ ਜਿਹੜਾ ਉਹ ਅਧੂਰਾ ਰਹਿੰਦਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੰਮਕਾਰ ਆ, ਬਹੁਤ ਵੱਡੀ ਇੰਡਸਟਰੀ ਆ ਡੀਜੇ ਦੇ ਵਿੱਚ ਵੀ। ਬਹੁਤ ਸਾਰੇ ਲੋਕ ਇਨਵੋਲਵ ਆ ਇਹਦੇ ਵਿੱਚ। ਉਹਨਾਂ ਦਾ ਕੀ ਬਣਿਆ? ਜਾਂ ਜਿਹੜੀਆਂ ਇਸ 2020 ਦੇ ਵਿੱਚ ਵਿਆਹ ਹੋਣੇ ਸੀ ਪਿਛਲੇ ਸੀਜ਼ਨ ਦੇ ਵਿੱਚ, ਉਹਨਾਂ ਦਾ ਕੀ ਬਣਿਆ? ਤੇ ਹੁਣ 21 ਦੇ ਵਿੱਚ ਕੀ ਸਥਿਤੀ ਹੈ? ਕੀ ਇਹਨਾਂ ਨੂੰ ਬੁੱਕ ਕੀਤਾ ਗਿਆ ਜਾਂ ਲੋਕ ਕੀ ਸੋਚਦੇ ਆ? ਹਾਲ ਦੇ ਵਿੱਚ ਨਹੀਂ ਜਾ ਸਕਦੇ ਕਿ ਬਾਹਰ ਕੋਈ ਇਸ ਤਰ੍ਹਾਂ ਦਾ, ਘਰਾਂ ਦੇ ਵਿੱਚ? ਇਹਦੇ ਵਿੱਚ ਕੀ ਤਬਦੀਲੀ ਆਈ? ਆਪਾਂ ਐਂਡੀ ਸਾਡੇ ਨਾਲ ਆ, ਬਹੁਤ ਹੀ ਪ੍ਰਸਿੱਧ ਇੱਥੋਂ ਦੇ ਡੀਜੇ, ਉਹਨਾਂ ਕੋਲੋਂ ਆਪਾਂ ਪੁੱਛਦੇ ਹਾਂ। ਐਂਡੀ, ਕੀ ਇੱਥੇ ਇਸ ਵਾਰੀ ਬੁਕਿੰਗ ਹੋ ਰਹੀ ਆ ਜਾਂ ਲੋਕ ਅਜੇ ਵੀ ਅਨਸਰਟਨ ਆ ਕਿ ਵਿਆਹ ਹੋਣੇ ਆ ਇਸ ਸਾਲ ਜਾਂ ਨਹੀਂ? ਇਸ ਵਕਤ ਲੋਕੀ ਹਲੇ ਅਨਸਰਟਨ ਆ, ਬੁਕਿੰਗ ਨਹੀਂ ਹੁੰਦੀਆਂ ਬਾਲੀਆਂ, ਕਿਉਂਕਿ ਲਾਸਟ ਈਅਰ ਪਹਿਲਾਂ ਮਾਰਚ ਦੇ ਵਿੱਚ ਸਾਰਾ ਕੁਝ ਬੰਦ ਹੋਣ ਲੱਗ ਗਿਆ ਸੀਗਾ। ਫਿਰ ਉਹਨਾਂ ਨੇ ਦੁਬਾਰਾ ਬੁੱਕ ਕੀਤਾ ਮਈ ਜੂਨ ਦੇ ਵਿੱਚ, ਫਿਰ ਦੁਬਾਰਾ ਕੀਤਾ ਸੈਪਟੰਬਰ ਅਕਤੂਬਰ ਦੇ ਵਿੱਚ। ਸੋ ਰਾਈਟ ਨਾਓ ਅਨਸਰਟਨਟੀ ਹੈਗੀ ਆ। ਸੋ ਆਈ ਥਿੰਕ ਅ ਲੋਟ ਆਫ ਬੰਦੇ ਹੋਲਡ ਆਫ ਕੀਤਾ ਹੋਇਆ ਵਾ। ਤੇ ਇਹਦੇ ਵਿੱਚ ਫਿਰ ਹੁਣ ਮਤਲਬ ਜੇ ਉਹ ਬੁੱਕ ਕਰਦੇ ਆ, ਕਰੋ ਤੁਹਾਡੇ ਕੋਲ ਡੇਟਸ ਹੈਗੀਆਂ ਜਾਂ ਟੈਂਟੇਟਿਵਲੀ ਬੁੱਕ ਆ ਉਹ? ਦੇਖੋ, ਸਾਡੀ ਤਾਂ ਐਵਰੀ ਈਅਰ ਫੁੱਲੀ ਬੁੱਕਡ ਹੁੰਦਾ ਵਾ। ਸੋ ਜਿਹੜੇ ਬੰਦਿਆਂ ਨੇ ਲੂਜ਼ ਆਊਟ ਕੀਤਾ ਲਾਸਟ ਈਅਰ, ਉਹਨਾਂ ਨੂੰ ਫਿਰ ਦੇਖਣਾ ਪੈਣਾ ਮੰਡੇ, ਸ਼ਾਇਦ ਟਿਊਜ਼ਡੇ, ਵੈਨਸਡੇ ਵੈਡਿੰਗਸ। ਸੋ ਇੱਕ ਸਾਲ ਜਿਹੜਾ ਮਿਸਿੰਗ ਆ, ਇਹ ਕਾਫੀ ਹਾਰਡ ਹੋਣਾ ਟੂ ਮੇਕ ਅਪ। ਤੇ ਇਹਦੀ ਐਡਵਾਂਸ ਪੇਮੈਂਟ ਉਹਨਾਂ ਨੇ ਦਿੱਤੀ ਸੀ, ਉਹਦਾ ਕੀ ਬਣਿਆ? ਦੇਖੋ, ਸਾਰੀ ਕੰਪਨੀਆਂ ਡਿਫਰੈਂਟ ਹੁੰਦੀਆਂ। ਮਾਈ ਓਨ ਪਰਸਨਲ ਮੋਸਟ ਆਫ ਮੇਰੇ ਜਿਹੜੇ ਕਲਾਇੰਟ ਸੀਗੇ, ਉਹਨਾਂ ਨੇ ਰੀਬੁੱਕ ਕਰਤਾ ਨੈਕਸਟ ਈਅਰ। ਜਿਹੜੇ ਇੱਕ ਦੋ ਕਲਾਇੰਟ ਸੀ, ਮੈਂ ਉਹਨਾਂ ਨੂੰ ਰੀਫੰਡ ਕਰਤਾ। ਬਾਕੀ ਲਾਈਕ ਆਈ ਸੈਡ, ਐਵਰੀ ਕੰਪਨੀਆਂ ਦੀ ਡਿਫਰੈਂਟ ਪਾਲਿਸੀ ਹੁੰਦੀਆਂ। ਸੋ ਆਈ ਐਮ ਥੈਂਕਫੁਲ, ਮੋਸਟਲੀ ਮੇਰੇ ਕਲਾਇੰਟ ਆਲਰੇਡੀ ਰੀਬੁੱਕ ਕਰਤੇ, ਅਤੇ ਉਹ ਜਿਹੜੇ ਐਡਵਾਂਸ ਪੇਮੈਂਟ ਉਹ ਨੈਕਸਟ ਈਅਰ ਜਾਣਗੇ। ਅੱਛਾ, ਇੱਦਾਂ ਹੈ ਕਿ ਇਸ ਸਾਲ ਵਿਆਹ ਡਬਲ ਹੋ ਰਿਹਾ, ਜਿਹੜੇ ਪਿਛਲੇ ਸਾਲ ਵਾਲੇ ਵੀ ਅੱਗੇ ਹੋਏ ਸੀ? ਡਿਪੈਂਡ ਕਰਦਾ ਹੁਣ ਕਦੋਂ ਖੁੱਲ੍ਹਦਾ ਸਾਰਾ ਕੁਛ, ਬਟ ਓਬਵੀਅਸਲੀ ਉਹਨਾਂ ਨੂੰ ਮੇਕਅਪ ਤਾਂ ਕਰਨਾ ਪੈਣਾ। ਜਿਹੜਾ ਇੱਕ ਸਾਲ ਹੁਣ ਮੋਸਟ ਵੈਡਿੰਗਸ ਦੇ ਬੈਂਕੁਏਟ ਹਾਲਸ 5-6 ਸਾਲ ਪ੍ਰੀ ਬੁੱਕ ਹੁੰਦੇ ਆ। ਸੋ ਟੂ ਮੇਕ ਅਪ ਵਨ ਲਾਸਟ ਈਅਰ, ਉਹ ਐਕਸਟ੍ਰੀਮਲੀ ਹਾਰਡ ਹੋਣਾ। ਡਬਲ, ਮੈਂ ਕਹਿੰਦਾ ਟ੍ਰਿਪਲ ਵੀ ਹੋ ਸਕਦਾ। ਇਹਦਾ ਕੋਈ ਅਲਟਰਨੇਟ ਸੀਗਾ ਵੀ ਜੇ ਕਿਸੇ ਨੇ ਹਾਲ 'ਚ ਵਿਆਹ ਨਹੀਂ ਕੀਤਾ, ਡੀਜੇ ਕਿਤੇ ਬਾਹਰ ਇੱਧਰ ਉੱਧਰ ਜਾਂ ਹੁਣ ਘਰਾਂ ਦੇ ਵਿੱਚ, ਇੱਦਾਂ ਦਾ ਵੀ ਕੁਝ ਹੋਇਆ ਪਿਛਲੇ ਸਾਲ ਜਾਂ ਐਤਕੀ ਹੋਣ ਦੀ ਆਸ ਆ? ਪਿਛਲੇ ਸਾਲ ਮੇਰੇ ਪਰਸਨਲੀ ਕਾਫੀ ਵੈਡਿੰਗ ਸੀਗੇ ਜਿਹੜੇ ਮੈਨੂੰ ਪਹਿਲਾਂ ਬੈਂਕੁਏਟ ਹਾਲ ਦੇ ਵਿੱਚ ਬੁੱਕ ਕੀਤਾ ਸੀਗਾ, ਫਿਰ ਦੁਬਾਰਾ ਘਰੇ ਬੁਕਿੰਗ ਆ ਗਈ। ਇੱਦਾਂ ਵੀ ਹੋਇਆ ਆ। ਕੀ ਲੱਗਦਾ ਐਤਕੀ ਹੁਣ ਤੱਕ ਤੁਹਾਨੂੰ ਕੀ ਲੱਗਦਾ ਵੀ ਇਹ ਵਿਆਹ ਹੋਣਗੇ ਜਿਹੜੇ ਬੁੱਕ ਹੋਏ ਆ? ਆਲ ਡਿਪੈਂਡਸ ਬੌਨੀ ਹੈਨਰੀ ਦਾ ਸਕੈਜੂਲ ਕੀ ਆ, ਕਦੋਂ ਉਹਨਾਂ ਨੇ ਅਲਾਉ ਕਰਨਾ ਬੈਂਕੁਏਟ ਹਾਲ ਖੋਲ੍ਹਣ ਨੂੰ। ਬਟ ਮੇਰੇ ਹਿਸਾਬ ਨਾਲ ਆਈ ਥਿੰਕ ਮੇਬੀ ਐਂਡ ਆਫ ਦ ਈਅਰ ਤੱਕ ਖੋਲ੍ਹਣਗੇ ਕੁਛ ਨਾ ਕੁਛ। ਬਟ ਅਸੀਂ ਪ੍ਰੇ ਕਰਦੇ ਵੀ ਪਹਿਲਾਂ ਖੋਲ੍ਹ ਦੇਣਗੇ, ਬਟ ਲੱਗਦਾ ਮੋਸਟ ਲਾਈਕਲੀ ਐਂਡ ਆਫ ਦ ਈਅਰ। ਤੇ ਪਿਛਲੇ ਸਾਲ ਜਿਹੜੇ ਵਿਆਹ ਸੀਗੇ ਉਹ ਇੱਦਾਂ ਵੀ ਹੋਇਆ ਕਿ ਲੋਕਾਂ ਨੇ ਉਹ ਕਰ ਵੀ ਲਏ, ਪੋਸਟਪੋਨ ਨਹੀਂ ਕੀਤੇ, ਸਿੰਪਲ ਤਰੀਕੇ ਨਾਲ ਵੀ ਡੀਜੇ ਦੀ ਲੋੜ ਹੀ ਨਹੀਂ ਪਈ? ਕਾਫੀ ਲੋਕਾਂ ਨੇ ਵਿਆਹ ਕੀਤੇ ਆ, ਅਤੇ ਆਲਸੋ ਉਹਨਾਂ ਦੀ ਜਿਹੜੀ ਪਾਰਟੀ ਸੀ ਉਹਨਾਂ ਨੇ ਪੋਸਟਪੋਨ ਕਰਕੇ ਅਗਲੇ ਸਾਲ ਜਾਂ ਨੈਕਸਟ ਸਾਲ ਜਾਂ 1 year ਐਨੀਵਰਸਰੀ ਜਾਂ 5 year ਐਨੀਵਰਸਰੀ ਕਰ ਸਕਦੇ, ਪਰ ਵਿਆਹ ਤਾਂ ਹੋ ਹੀ ਜਾਂਦੇ ਸੀਗੇ। ਤੁਹਾਡੀ ਬੁਕਿੰਗ ਕਿੰਨਾ ਕੁ ਚਿਰ ਪਹਿਲਾਂ ਹੁੰਦੀ ਹੈ? 4 ਤੋਂ 5 ਸਾਲ ਪਹਿਲਾਂ। ਪਿਛਲੇ ਸਾਲ ਵਾਲੀ ਕੈਰੀ ਫਾਰਵਰਡ ਹੋਈ ਕੁਝ ਬੁਕਿੰਗ ਇਸ ਸਾਲ ਜਿਹੜੀ 2021 ਦੇ ਵਿੱਚ? ਮੇਰੀਆਂ ਅਬਾਊਟ 99% ਕੈਰੀ ਫੋਰਵਰਡ ਹੋਈਆਂ। ਸੋ ਦੋਸਤੋ, ਅਸੀਂ ਇਹਨਾਂ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ ਲੋਕ ਜਿਹੜੇ ਸਿੱਧੇ ਵੈਡਿੰਗ ਇੰਡਸਟਰੀ ਦੇ ਨਾਲ ਜੁੜੇ ਆ। ਸਵਾਲ ਜਵਾਬ ਸਾਰਿਆਂ ਕੋਲ ਉਹੀ ਆ, ਕਿਸੇ ਨੂੰ ਵੀ ਕੋਈ ਪੱਕਾ ਨਹੀਂ ਪਤਾ ਕਿ ਕੀ ਬਣਨਾ। ਕੋਈ ਮਾਰਚ ਤੱਕ ਕਹਿ ਰਿਹਾ, ਕਿਸੇ ਨੂੰ ਲੱਗਦਾ ਕਿ ਆਹ ਸਾਲ ਇੱਦਾਂ ਹੀ ਚੱਲੂਗਾ, ਕਿਸੇ ਨੂੰ ਲੱਗਦਾ ਇਹ ਲੰਬਾ ਸਮਾਂ ਚੱਲ ਸਕਦਾ, ਕਿਉਂਕਿ ਇਹਦੇ ਬਾਰੇ ਕਿਸੇ ਵਿਦਵਾਨ, ਕਿਸੇ ਵਿਗਿਆਨੀ, ਕਿਸੇ ਪੋਲੀਟੀਸ਼ੀਅਨ, ਕਿਸੇ ਕੋਲ ਵੀ ਜਵਾਬ ਨਹੀਂ ਆ ਕਿ ਇਹ ਸਾਰਾ ਕੁਝ ਨੋਰਮਲ ਕਦੋਂ ਹੋਣਾ। ਕਦੇ ਕਦੇ ਤਾਂ ਇੱਦਾਂ ਲੱਗਣ ਲੱਗ ਜਾਂਦਾ ਕਿ ਇਹ ਬਹੁਤ ਲੰਬਾ ਸਮਾਂ ਨੋਰਮਲੀ ਹੋਣਾ, ਕਈ ਸਾਲ ਲੱਗ ਜਾਣੇ ਆ। ਜਿਵੇਂ ਕੁਝ ਵਿਗਿਆਨੀ ਕਹਿ ਰਹੇ ਕਿ ਵਾਇਰਸ 10 ਸਾਲ ਤੱਕ ਇਸੇ ਤਰ੍ਹਾਂ ਰਹੂਗਾ। ਵੈਕਸੀਨ ਲੱਗ ਰਹੀ ਆ, ਕੋਈ ਕਿਤੇ ਖਬਰ ਆ ਰਹੀ ਹੈ ਅਮਰੀਕਾ ਦੇ ਵਿੱਚੋਂ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਇਨਫੈਕਸ਼ਨ ਹੋ ਗਈ, ਕਦੇ ਕੁਛ ਪਤਾ ਲੱਗ ਰਿਹਾ। ਸੋ ਇਹਦੇ ਬਾਰੇ ਕੁਛ ਵੀ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਹੁਣ ਤੱਕ ਜਿਹੜੀ ਗੱਲ ਸਮਝ ਆਉਂਦੀ ਆ ਜਾਂ ਜਿੰਨੀ ਕੁ ਗੱਲ ਪਤਾ ਲੱਗਦੀ ਉਹ ਇਹ ਆ ਕਿ ਜੋ ਸਰਕਾਰ ਦੀਆਂ ਹਦਾਇਤਾਂ ਆ ਉਹਦੇ ਅਨੁਸਾਰ ਚੱਲ ਕੇ ਜਿਹੜਾ ਬੰਦਾ ਵੀ ਇਹ ਫੰਕਸ਼ਨ ਕਰਨੇ ਚਾਹੁੰਦਾ, ਵਿਆਹ ਕਰਨੇ ਚਾਹੁੰਦਾ, ਉਹਨੂੰ ਕਰ ਲੈਣੇ ਚਾਹੀਦੇ ਆ। ਇਹੀ ਇੱਕ ਜਿਹੜਾ ਸਾਡੇ ਕੋਲ ਹੱਲ ਬਚਦਾ ਆ। ਅਨਸਰਟਨਟੀ ਇੰਨੀ ਜ਼ਿਆਦਾ ਆ ਕਿ ਆਹ ਪੂਰੇ ਦਾ ਪੂਰਾ ਸਾਲ ਵੀ ਲੱਗਦਾ ਐਸੇ ਤਰੀਕੇ ਦੇ ਨਾਲ
ਲੰਘ ਜਾਊਗਾ ਆਖਰ ਤੱਕ, ਕਿਉਂਕਿ ਇਹਦਾ ਇੱਕ ਪ੍ਰੋਸੈਸ ਆ, 10 ਸਾਲ ਦੇ ਵਿੱਚ ਵੈਕਸੀਨ ਬਣਦੀ ਆ। ਉਹ ਪ੍ਰੋਸੈਸ ਨੂੰ ਇਹਨਾਂ ਨੇ ਤੇਜ਼ ਕਰ ਦਿੱਤਾ, ਤੇਜ਼ ਕਰਕੇ ਐਮਰਜੈਂਸੀ ਉਹਨੂੰ ਅਪਰੂਵਲ ਸਾਰਾ ਕੁਝ ਕਰ ਦਿੱਤਾ। ਉਸ ਕੰਮ ਦੇ ਉਸ ਵੈਕਸੀਨ ਨੂੰ ਤੇਜ਼ੀ ਨਾਲ ਕੱਢਣ ਦੇ ਉੱਤੇ ਪਹਿਲਾਂ ਵੀ ਕੰਮ ਹੋ ਰਿਹਾ ਸੀ, ਹੁਣ ਉਹ ਵੈਕਸੀਨ ਆ ਗਈ ਆ। ਪਰ ਇਹ ਕੋਈ ਜਾਦੂ ਤਾਂ ਹੈ ਨਹੀਂ ਕਿ ਜਿਹੜਾ ਇੱਕਦਮ ਸਾਰਿਆਂ ਤੱਕ ਪਹੁੰਚ ਜਾਣੀ ਆ। ਪੂਰੀ ਦੁਨੀਆ ਦੇ ਵਿੱਚ ਹੌਲੀ ਹੌਲੀ ਇਹਨੂੰ ਜਾਣ ਨੂੰ ਟਾਈਮ ਲੱਗਣਾ ਆ। ਉਹਦਾ ਇੱਕ ਪ੍ਰੋਸੈਸ ਆ, ਇੱਕ ਟਾਈਮ ਆ, ਉਸ ਟਾਈਮ ਨੂੰ ਤੁਸੀਂ ਘਟਾ ਨਹੀਂ ਸਕਦੇ। ਤੇ ਉਹ ਟਾਈਮ ਜਿਹੜਾ ਲੱਗਦਾ ਆ, ਕਿਹਾ ਜਾਂਦਾ ਕਿ ਅਕਤੂਬਰ ਤੱਕ, ਇਸ ਸਾਲ ਅਕਤੂਬਰ ਨਵੰਬਰ ਤੱਕ ਇੱਕ ਆਮ ਬੰਦੇ ਤੱਕ ਵੈਕਸੀਨ ਪਹੁੰਚਦੀ ਨੂੰ ਸਮਾਂ ਲੱਗ ਜਾਊਗਾ। ਪਹਿਲਾਂ ਹੈਲਥ ਕੇਅਰ ਜਿਹੜੇ ਫਰੰਟ ਲਾਈਨ ਵਰਕਰਸ ਨੂੰ ਲੱਗ ਰਹੀ ਆ, ਫਿਰ ਸੀਨੀਅਰਸ ਨੂੰ ਲੱਗ ਰਹੀ ਆ, ਫਿਰ ਅਗਲੇ ਗਰੁੱਪ ਨੂੰ ਲੱਗੂਗੀ। ਸਾਰਿਆਂ ਦੀ ਜਦੋਂ ਤੱਕ ਵਾਰੀ ਆਉਣੀ ਆ, ਉਦੋਂ ਕਹਿੰਦੇ ਸਤੰਬਰ ਅਕਤੂਬਰ ਆ ਜਾਣਾ। ਸੋ ਇਹ ਵੀ ਤਾਂ ਜੇ ਸਾਰਾ ਪ੍ਰੋਸੈਸ ਠੀਕ ਠਾਕ ਚੱਲਦਾ ਰਿਹਾ, ਜੇ ਇਹਦੇ ਵਿੱਚ ਕੋਈ ਵਿਘਨ ਪੈ ਗਿਆ, ਇਹ ਗੱਲਬਾਤ ਜਿਹੜੀ ਉਖੜ ਵੀ ਸਕਦੀ ਆ। ਸੋ ਇਸ ਸਾਲ ਸਤੰਬਰ ਅਕਤੂਬਰ ਤੱਕ ਤਾਂ ਮੰਨ ਕੇ ਚੱਲਿਆ ਜਾ ਸਕਦਾ ਕਿ ਜਿਹੜਾ ਇਹ ਸਾਰਾ ਕੁਛ ਆ ਠੀਕ ਠਾਕ ਨਹੀਂ ਹੋਣਾ। ਅਗਲੇ ਸਾਲ ਤੱਕ ਠੀਕ ਠਾਕ ਹੋ ਜਾਵੇ, ਰੱਬ ਕਰੇ ਪਹਿਲਾਂ ਹੀ ਠੀਕ ਠਾਕ ਹੋ ਜਾਵੇ। ਇਸ ਸਾਲ ਦੇ ਜਿੱਥੇ ਤੱਕ ਅਸੀਂ ਸੋਚਦੇ ਹਾਂ, ਜਿੱਥੇ ਤੱਕ ਵਿਗਿਆਨੀ ਸੋਚਦੇ ਆ, ਉਹਨਾਂ ਨੂੰ ਹੋਰ ਸਫਲਤਾ ਮਿਲੇ, ਹੋਰ ਤੇਜ਼ੀ ਦੇ ਨਾਲ ਵੈਕਸੀਨ ਲਾਉਣ। ਪਰ ਇਹਦੀਆਂ ਵਾਇਰਸ ਦੀਆਂ ਨਵੀਆਂ ਸਟ੍ਰੇਨਸ ਦਾ ਆਉਣਾ, ਈਬੋਲਾ ਵਰਗਾ ਅਫਰੀਕਾ ਦੇ ਵਿੱਚ ਇੱਕ ਹੋਰ ਵਾਇਰਸ ਆਉਣਾ, ਕਈ ਜਿਹੜੀਆਂ ਚੀਜ਼ਾਂ ਨੇ ਇਹ ਦੁਨੀਆ ਨੂੰ ਡਰਾਉਂਦੀਆਂ ਵੀ ਨੇ ਕਿ ਸ਼ਾਇਦ ਹੁਣ ਦੁਨੀਆ ਸੱਚਮੁੱਚ ਪਹਿਲਾਂ ਵਰਗੀ ਨਾ ਰਹੇ, ਸਾਰਾ ਕੁਝ ਬਦਲ ਜਾਵੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ, ਕੁਝ ਨਵੀਆਂ ਸ਼ਖਸੀਅਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।